को एकंकारा सतगुरु ते प्रसाद सच हो। वाहिगुरु जी की फतेह। विघ्न विनाशन। श्री वाहिगुरु जी की फतेह है। विघ्न विनाशन सोए। करी अवज्ञा सतगुर जानी, बैठे मौड़ ग्राम स्थानी। वाहिगुरु जी का खालसा, वाहिगुरु जी की फतेह। जुगो जुग अटल। गरीब नवाज सतगुरु गुरु ग्रंथ साहिब जियां दी पवित्र पावन हजूरी अंदर सुभाईमान हो रही गुरु की संगत। आप संगतां ने सतगुरु जियां दा इतिहास सरवण किया। सतगुरु पातशाह जी मालवे की धरती नूं भाग ला रहे ने। इस इलाके दे विच भिखी नगर है। ਉਹਦੇ ਵਿੱਚ एक बहुत ਵੱਡਾ चौधरी ਜਿਹਦਾ कई ਪਿੰਡਾਂ ਦੇ ਉੱਪਰ ਦਬਦਬਾ ਹੈ, ਕਈ ਪਿੰਡਾਂ ਦੇ ਉੱਪਰ ਹੁਕਮ ਚੱਲਦਾ। ਇਲਾਕੇ ਦੇ ਲੋਕਾਂ ਨੇ ਪ੍ਰੇਰ ਕੇ ਇਸ ਨੂੰ ਮਹਾਰਾਜ ਦੇ ਕੋਲ ਭੇਜਿਆ। ਸਤਿਗੁਰੂ ਪਾਤਸ਼ਾਹ ਦੀ ਇਸ ਨੇ ਸਿੱਖੀ ਧਾਰਨ ਕੀਤੀ ਹੈ। ਪਹਿਲਾਂ ਇਹ ਸਖੀ ਸਰਵਰ ਦਾ ਗੁੱਗੇ ਦਾ ਪੁਜਾਰੀ ਸੀ ਤੇ ਮਹਾਰਾਜ ਨੇ 5 ਤੀਰ ਇਸ ਨੂੰ ਬਖਸ਼ੇ। ਆਖਿਆ ਜਦੋਂ ਵੀ ਕਿਤੇ ਕੋਈ ਬਿਪਤਾ ਕੋਈ ਸੰਕਟ ਪਵੇਗਾ ਇਹ ਤੇਰੀ ਮਦਦ ਕਰਨਗੇ। ਐਸਾ ਬਚਨ ਕਰਕੇ ਮਹਾਰਾਜ ਆਪ ਤੇ ਅੱਗੇ ਚਲੇ ਗਏ। ਕਹਿਣ ਲੱਗੇ ਪਿੱਛੋਂ ਕੀ ਹੋਇਆ ਕਿ ਇਹਨੂੰ ਤਾਪ ਚੜ੍ਹਿਆ ਤੇ ਘਰਵਾਲੀ ਦੇ ਮਨ ਵਿੱਚ ਵਹਿਮ ਪੈਦਾ ਹੋ ਗਿਆ ਵੀ ਅਸੀਂ ਪੀਰ ਦੀ ਮਨੌਤ ਛੱਡੀ ਹੈ, ਉਹਨੂੰ ਮੰਨਣਾ ਛੱਡਿਆ ਹੈ ਤੇ ਤਾਂ ਇਹ ਬਿਮਾਰ ਹੋਇਆ। ਵਾਰ-ਵਾਰ ਆਪਣੇ ਪਤੀ ਨੂੰ ਕਹਿੰਦੀ ਹੈ ਪੀਰ ਨੂੰ ਉਸ ਗੁੱਗੇ ਨੂੰ ਦੁਬਾਰਾ ਮੰਨਣਾ ਸ਼ੁਰੂ ਕਰ, ਗੁਰੂ ਦੀ ਸਿੱਖੀ ਛੱਡ। ਜਦੋਂ ਕਈ ਵਾਰ ਇਸ ਨੇ ਕਿਹਾ ਹੈ ਘਰ ਵਿੱਚ ਝਗੜਾ ਹੁੰਦਾ ਵੇਖ ਕੇ, ਕਲੇਸ਼ ਹੁੰਦਾ ਵੇਖ ਕੇ, ਇਹ ਜੋ ਦੇਸੂ ਸੀ ਚੌਧਰੀ ਮੰਨ ਗਿਆ। ਕਹਿਣ ਲੱਗਾ ਠੀਕ ਮੈਂ ਗੁਰੂ ਦੀ ਸਿੱਖੀ ਛੱਡੀ, ਪੀਰ ਦਾ ਸੇਵਕ ਬਣ ਗਿਆ। ਜਿਹੜੇ 5 ਤੀਰ ਮਹਾਰਾਜ ਨੇ ਦਿੱਤੇ ਸਨ ਦੇਸੂ ਦੀ ਘਰਵਾਲੀ ਨੇ ਉਹ ਤੋੜ ਕੇ ਤੇ ਉਹਨਾਂ ਨੂੰ ਸੁੱਟ ਦਿੱਤਾ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ। ਅੱਗੇ ਜਿਵੇਂ ਗੁਰੂ ਕਿਰਪਾ ਕਰ ਰਹੇ ਨੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੀ ਅਵਗਿਆ ਸਤਿਗੁਰ ਜਾਨੀ। ਜਦੋਂ ਇਸ ਚੌਧਰੀ ਦੀ ਘਰਵਾਲੀ ਨੇ ਚਤੁਰਾਇਣ ਨੇ ਉਹ 5 ਤੀਰ ਮਹਾਰਾਜ ਦੇ ਬਖਸ਼ੇ ਹੋਏ ਤੋੜੇ ਤੇ ਮਹਾਰਾਜ ਅੰਤਰਜਾਮੀ ਸਨ, ਜਾਣ ਗਿਆ ਵੀ ਜਿਹੜੀ ਅਸੀਂ ਬਖਸ਼ਿਸ਼ ਦੇ ਕੇ ਆਏ ਆ ਇਹਨਾਂ ਨੇ ਕਦਰ ਨਹੀਂ ਕੀਤੀ, ਸਾਡੇ ਦਿੱਤੇ ਹੋਏ ਤੀਰ ਇਹਨਾਂ ਨੇ ਤੋੜ ਦਿੱਤੇ। ਇਹ ਗੱਲ ਜਾਣੀ ਜਾਣ ਸਤਿਗੁਰਾਂ ਨੇ ਜਾਣ ਲਈ ਹੈ। ਬੈਠੇ ਮੌੜ ਗ੍ਰਾਮ ਸਥਾਨੀ। ਸਤਿਗੁਰੂ ਜੀ ਇੱਕ ਮੌੜ ਨਾਮ ਦਾ ਪਿੰਡ ਹੈ ਮਾਲਵੇ ਦੇ ਵਿੱਚ। ਮੌੜ ਪਿੰਡ ਵਿੱਚ ਮਹਾਰਾਜ ਉਸ ਵੇਲੇ ਬੈਠੇ ਸਨ ਜਦੋਂ ਇਹ ਸਾਰਾ ਵਾਕਿਆ ਵਾਪਰਿਆ। ਉੱਥੇ ਮਹਾਰਾਜ ਜੀਆਂ ਨੂੰ ਖਬਰ ਇਸ ਗੱਲ ਦੀ ਹੋ ਗਈ ਵੀ ਇਹਨਾਂ ਨੇ ਤੀਰ ਤੋੜ ਦਿੱਤੇ ਹਨ। ਪੰਚਾਇਤ ਸੋ ਬਚਨ ਉਚਾਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਜਿਹੜੀ ਪੰਚਾਇਤ ਬੈਠੀ ਸੀ ਨਾ ਕੋਲ, ਉੱਥੋਂ ਦੇ ਨਗਰ ਦੇ ਇਲਾਕੇ ਦੇ ਲੋਕ ਤੇ ਮਹਾਰਾਜ ਕਹਿਣ ਲੱਗੇ ਗਜ਼ਬ ਕਰਿਓ ਦੇਸੂ ਮਤ ਮਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੇਸੂ ਦੀ ਮਤ ਮਾਰੀ ਗਈ, ਉਸਨੇ ਬੜਾ ਵੱਡਾ ਗਜ਼ਬ ਕੀਤਾ, ਵੱਡਾ ਗਜ਼ਬ ਕੀਤਾ ਹੈ, ਦੇਸੂ ਦੀ ਮਤ ਮਾਰੀ ਗਈ ਹੈ। ਇਹ ਬਚਨ ਮਹਾਰਾਜ ਜੀਆਂ ਨੇ ਉੱਥੋਂ ਦੀ ਪੰਚਾਇਤ ਨੂੰ, ਜਿਹੜੇ ਉੱਥੇ ਬੈਠੇ ਹੋਏ ਸਨ ਮੌੜ ਇਲਾਕੇ ਦੇ ਲੋਕ, ਉਹਨਾਂ ਨੂੰ ਆਖਿਆ ਹੈ। 5 ਵੀਰ ਤੀਰਨ ਮੈਂ ਥਾਪੇ। ਸਤਿਗੁਰੂ ਕਹਿੰਦੇ ਅਸੀਂ ਇਹ 5 ਤੀਰ ਹੀ ਨਹੀਂ ਸਨ ਦਿੱਤੇ, 5 ਤੀਰਾਂ ਦੇ ਵਿੱਚ ਅਸੀਂ 5 ਵੀਰ ਬਖਸ਼ਿਸ਼ ਕੀਤੇ ਸਨ, 5 ਸੂਰਮੇ ਦਿੱਤੇ ਸਨ। ਇਸ ਦੇਸੂ ਨੂੰ ਵੀ ਬਿਪਤਾ ਦਾ ਸਮਾਂ ਕਿਤੇ ਆਵੇਗਾ, ਸੰਕਟ ਦਾ ਸਮਾਂ ਕਿਤੇ ਆਵੇਗਾ ਤੇ ਤੇਰੀ ਮਦਦ ਕਰਨਗੇ। ਇਹ ਅਸੀਂ ਇਸ ਦੇ ਉੱਪਰ ਬਖਸ਼ਿਸ਼ ਕਰਨ ਵਾਸਤੇ ਇਹ ਕਾਰਜ ਕੀਤਾ ਹੈ। ਸੋ ਲੈ ਕਰ ਨਹਿ ਰੱਖੇ ਥਾਪੇ। ਪਰ ਇਸ ਦੀ ਮੱਤ ਮਾਰੀ ਗਈ ਹੈ। ਜਿਹੜੀ ਬਖਸ਼ਿਸ਼ ਅਸੀਂ ਦਿੱਤੀ ਹੈ ਇਸ ਤੋਂ ਰੱਖੀ ਨਹੀਂ ਗਈ, ਸਾਂਭੀ ਨਹੀਂ ਗਈ ਹੈ।
ਤੇ ਇਸ ਨੇ ਉਹ ਜਿਹੜੇ 5 ਤੀਰ ਨੇ ਤੋੜ ਦਿੱਤੇ ਹਨ। ਨਿਜ ਦਾਰਾ ਕਹਿ ਦੇ ਤੁਰਵਾਏ। ਤੇ ਆਪਣੀ ਘਰਵਾਲੀ ਨੂੰ, ਇਸਤਰੀ ਨੂੰ, ਆਪਣੀ ਪਤਨੀ ਨੂੰ ਕਹਿ ਕੇ ਇਸ ਦੇਸੂ ਨੇ, ਜਿਹੜਾ ਚੌਧਰੀ ਹੈ ਇਲਾਕੇ ਦਾ, ਇਸ ਨੇ ਆਪਣੀ ਪਤਨੀ ਨੂੰ ਕਹਿ ਕੇ ਉਹ ਜਿਹੜੇ 5 ਤੀਰ ਮਹਾਰਾਜ ਨੇ ਬਖਸ਼ੇ ਸਨ ਤੁੜਵਾਏ ਹਨ। ਅਬ ਲਓ ਤਹ ਫਲ ਦੁਖ ਨ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਾਲੇ ਇਸ ਨੂੰ ਦੁੱਖ ਦਾ ਫਲ ਮਿਲਿਆ ਨਹੀਂ ਹੈ, ਹਾਲੇ ਤੇ ਮਾੜਾ ਜਿਹਾ ਤਾਪ ਹੀ ਚੜਿਆ ਸੀ। ਤੇ ਇਹਨੇ ਉਸੇ ਵੇਲੇ ਆਖਿਆ ਮੈਂ ਗੁਰੂ ਦੀ ਸਿੱਖੀ ਛੱਡ ਦਿੱਤੀ ਹੈ, ਹਾਲੇ ਇਸ ਨੇ ਫਲ ਪ੍ਰਾਪਤ ਨਹੀਂ ਕੀਤਾ ਹੈ। ਸ਼ੰਕਮਾਨ ਹਮ ਤੇ ਹੋਏ ਵੀਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਜਿਹੜੇ 5 ਵੀਰ ਸਨ ਨਾ ਸਾਡੇ ਕੋਲੋਂ ਡਰਦੇ ਸਨ, ਨਹੀਂ ਤੇ ਜਦੋਂ ਇਹਨਾਂ ਨੇ ਤੀਰ ਤੋੜੇ ਨੇ ਉਦੋਂ ਹੀ ਉਹਨਾਂ ਵੀਰਾਂ ਨੇ ਆਪਣੀ ਇਹਨਾਂ ਨੂੰ ਤਾਕਤ ਵਿਖਾ ਦੇਣੀ ਸੀ ਵੀ ਅਸੀਂ ਕੀ ਹਾਂ। ਪਰ ਉਹ ਜਿਹੜੇ ਵੀਰ ਸਨ 5 ਉਹ ਸਾਡੇ ਕੋਲੋਂ ਡਰਦੇ ਰਹੇ ਵੀ ਜੇ ਅਸੀਂ ਕੁਝ ਆਪਣੇ ਆਪ ਕੀਤਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਰਾਜ਼ ਹੋ ਜਾਣਗੇ। ਤਜ ਤੀਰਨ ਆਏ ਹਮ ਤੀਰ। ਇਸ ਕਰਕੇ ਉਹ ਜਿਹੜੇ 5 ਵੀਰ ਅਸੀਂ ਬਖਸ਼ੇ ਸਨ 5 ਤੀਰਾਂ ਦੇ ਵਿੱਚ, ਉਹਨਾਂ ਵੀਰਾਂ ਨੇ ਉਹ ਥਾਂ ਵੀ ਛੱਡ ਦਿੱਤੀ ਹੈ, ਤੀਰ ਵੀ ਛੱਡ ਦਿੱਤੇ ਤੇ ਸਾਡੇ ਕੋਲ ਵਾਪਸ ਆ ਗਏ ਨੇ। ਕਿਉਂਕਿ ਮਹਾਰਾਜ ਦੇ ਕੇ ਆਏ ਸਨ ਵੀ ਦੇਸੂ ਜਦੋਂ ਲੋੜ ਪਵੇਗੀ ਆ ਤੀਰ ਤੇਰੀ ਮਦਦ ਕਰਨਗੇ, ਇਕੱਲੇ ਤੀਰ ਨਾ ਜਾਣ, ਅਸੀਂ 5 ਸੂਰਮੇ ਤੈਨੂੰ ਵੀਰ ਸੂਰਮੇ ਦੇ ਕੇ ਚੱਲੇ ਆ। ਪਰ ਦੇਸੂ ਨੂੰ ਕਦਰ ਨਹੀਂ ਆਈ, ਉਹਦੀ ਘਰਵਾਲੀ ਨੇ ਤੀਰ ਤੋੜ ਦਿੱਤੇ। ਉਹ ਜਿਹੜੇ ਵੀਰ ਮਹਾਰਾਜ ਨੇ ਉਹਨਾਂ ਨੂੰ 5 ਬਖਸ਼ੇ ਸਨ ਉਹ ਵਾਪਸ ਆ ਗਏ ਮਹਾਰਾਜ ਜੀਆਂ ਦੇ ਕੋਲ। ਇਸ ਪੰਚਾਇਤ ਮਹਿ ਨਰ ਕੋਈ। ਮਹਾਰਾਜ ਕਹਿਣ ਲੱਗੇ ਇਹ ਜਿੰਨੀ ਪੰਚਾਇਤ ਬੈਠੀ ਹੈ ਮੌੜ ਪਿੰਡ ਦੀ, ਜਿੰਨੇ ਇੱਥੇ ਲੋਕ ਬੈਠੇ ਹਨ, ਸੰਬੰਧੀ ਦੇਸੂ ਕਹਤੇ। ਇਹਦੇ ਵਿੱਚ ਕੋਈ ਸੰਬੰਧੀ ਹੈ, ਕੋਈ ਰਿਸ਼ਤੇਦਾਰ ਹੈ ਉਸ ਚੌਧਰੀ ਦਾ ਜਿਹਨੇ ਇਹ ਕੰਮ ਕੀਤਾ। ਕਿਉਂਕਿ ਪਿੰਡਾਂ ਵਾਲਿਆਂ ਦੀਆਂ ਰਿਸ਼ਤੇਦਾਰੀਆਂ ਇੱਕ ਦੂਜੇ ਦੇ ਨਾਲ ਜਾਣ ਪਛਾਣ ਕਈ ਪਿੰਡਾਂ ਤੱਕ ਹੁੰਦੀ ਹੈ, ਤੇ ਨਾਲੇ ਉਹ ਪਿੰਡ ਕੋਈ ਬਹੁਤਾ ਦੂਰ ਵੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹਦੇ ਵਿੱਚ ਕੋਈ ਸੰਬੰਧੀ ਹੈ। ਖਰੇ ਭਏ ਕਰ ਜੋਰ ਅਗਾਰੀ। ਤੇ ਉਸ ਵੇਲੇ ਜਦੋਂ ਮਹਾਰਾਜ ਨੇ ਆਖਿਆ ਵੀ ਕੋਈ ਹੈ ਰਿਸ਼ਤੇਦਾਰ, ਤੇ ਕਈ ਬੰਦੇ ਜਿਹੜੇ ਨੇ ਹੱਥ ਜੋੜ ਕੇ ਖੜੇ ਹੋ ਗਏ। ਸ਼੍ਰੀ ਗੁਰੂ ਸ਼ਿਮਾ ਕਰੋ ਇਸ ਵਾਰੀ। ਮਹਾਰਾਜ ਹੈ ਤੇ ਉਹ ਸਾਡਾ ਰਿਸ਼ਤੇਦਾਰ। ਹੁਣ ਮੌੜ ਪਿੰਡ ਦੇ ਵਿੱਚ ਵੀ ਕਈ ਬੰਦੇ ਸਨ, ਉਹਨਾਂ ਨੇ ਆਖਿਆ ਮਹਾਰਾਜ ਹੈ ਤੇ ਉਹ ਰਿਸ਼ਤੇਦਾਰ ਸਾਡਾ, ਪਰ ਜੇ ਉਹਦੇ ਕੋਲੋਂ ਗਲਤੀ ਹੋ ਗਈ ਹੈ ਤੇ ਆਪ ਜੀ ਮਾਫ ਕਰ ਦਿਓ। ਇਹਦੇ ਵੰਡੇ ਇਹਦੀ ਮਾਫੀ ਜਿਹੜੀ ਹੈ ਮੌੜ ਪਿੰਡ ਦੇ ਲੋਕ ਸਤਿਗੁਰਾਂ ਕੋਲੋਂ ਮੰਗਣ ਲੱਗੇ ਹਨ। ਹਮ ਜਾਓ ਲਓ ਸਮਝਾਵਨ ਜਾਏ। ਅਸੀਂ ਉਸ ਨੂੰ ਜਦੋਂ ਤੱਕ ਸਮਝਾਵਣ ਜਾਂਦੇ ਹਾਂ, ਮਹਾਰਾਜ ਇੰਨੀ ਛੇਤੀ ਬਚਨ ਨਾ ਕੋਈ ਕਰਿਓ, ਇੰਨਾ ਚਿਰ ਰੁਕ ਜਾਇਓ ਵੀ ਸਾਨੂੰ ਕੁਝ ਦਿਨ ਦੇ ਦਿਓ, ਕੁਝ ਸਮਾਂ ਦੇ ਦਿਓ। ਅਸੀਂ ਜਾ ਕੇ ਉਹਨੂੰ ਸਮਝਾਉਂਦੇ ਹਾਂ, ਯਤਨ ਕਰਦੇ ਹਾਂ ਵੀ ਆਪਣੀ ਗਲਤੀ ਦੀ ਮਾਫੀ ਮੰਗ ਲੈ। ਜਿੰਨਾ ਚਿਰ ਸਮਝਾਉਂਦੇ ਹਾਂ ਸ਼ਰਨ ਆਪਕੀ ਪਰੈ ਸੁਆਏ। ਮਹਾਰਾਜ ਅਸੀਂ ਸਮਝਾਵਾਂਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਆਪਣੀ ਗਲਤੀ ਵੀ ਮੰਨੇਗਾ ਔਰ ਤੁਹਾਡੇ ਸ਼ਰਨਾ ਚਰਨਾਂ ਦੀ ਸ਼ਰਨ ਵਿੱਚ ਵੀ ਆ ਕੇ ਪਵੇਗਾ। ਧੀਰਜ ਧਰਮ ਧਾਮ ਤੁਮ ਆਓ। ਸਤਿਗੁਰੂ ਪਾਤਸ਼ਾਹ ਜੀ ਆਪ ਹੋ ਧੀਰਜ ਤੂੰ ਧਾਰਨ ਕਰਨ ਵਾਲੇ, ਧਰਤੀ ਨੂੰ ਆਸਰਾ ਦੇਣ ਵਾਲੇ ਮਹਾਰਾਜ, ਆਪ ਧੀਰਜ ਦਾ ਘਰ ਹੋ। ਤਤਛਿਨ ਕਰੋ ਆਪ ਜਿਵੇਂ ਚਾਹੋ। ਤੇ ਪਾਤਸ਼ਾਹ ਜੀ ਫਿਰ ਜਿਵੇਂ ਆਪ ਜੀ ਨੂੰ ਚੰਗਾ ਲੱਗੇਗਾ ਫਿਰ ਉਸੇ ਤਰ੍ਹਾਂ ਕਰਿਓ। ਇੱਕ ਵਾਰੀ ਸਾਨੂੰ ਮੌਕਾ ਦੇ ਦਿਓ। ਸਾਡਾ ਹੈ ਤੇ ਸੰਬੰਧੀ ਹੈ, ਪਰ ਜੇ ਉਹਦੇ ਕੋਲੋਂ ਗੁਨਾਹ ਹੋਇਆ ਤੇ ਅਸੀਂ ਉਸ ਨੂੰ ਮਨਾ ਲੈਂਦੇ ਹਾਂ। ਬਿਨੈ ਬਾਕ ਇਤਿਆਦਿਕ ਕਹਿਣ ਲੱਗੇ ਵੀ ਇਹ ਜਿਹੜੇ ਲੋਕ ਨੇ ਪਿੰਡ ਵਾਲੇ, ਇਹਨਾਂ ਨੇ ਬੜੀਆਂ ਬੇਨਤੀਆਂ ਮਹਾਰਾਜ ਨੂੰ ਵਾਰ-ਵਾਰ ਕਹਿ ਕੇ ਗਮਨੇ ਭਿਖੀ ਕਹੁ ਚਿਤ ਚਾਹ ਤੇ ਕਹਿਣ ਲੱਗੇ ਵੀ ਭਿਖੀ ਉਹ ਜਿਹੜਾ ਪਿੰਡ ਹੈ ਜਿੱਥੋਂ ਦਾ ਉਹ ਚੌਧਰੀ ਹੈ, ਇਸ ਮੌੜ ਪਿੰਡ ਦੇ ਜਿਹੜੇ ਬੰਦੇ ਨੇ ਚੱਲ ਪਏ ਉਸ ਪਿੰਡ ਨੂੰ ਸਮਝਾਉਣ ਵਾਸਤੇ। ਮਿਲੇ ਆਏ ਕਰ ਬਾਤ ਜਨਾਏ। ਤੇ ਜਦੋਂ ਆ ਕੇ ਮਿਲੇ ਮੌੜ ਪਿੰਡ ਦੇ ਲੋਕ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਆਏ ਨੇ, ਉਹਨਾਂ ਨੇ ਆ ਕੇ ਚੌਧਰੀ ਨੂੰ ਫਿਰ ਸਾਰੀ ਗੱਲ ਦੱਸੀ ਹੈ। ਕਿਉਂ ਗੁਰ ਕੇ ਤੁਮ ਤੀਰ ਤੁਰਾਏ। ਉਹਨਾਂ ਨੇ ਦੱਸਿਆ ਉਹ ਚੌਧਰੀ ਤੂੰ ਗੁਰੂ ਦੇ ਤੀਰ ਕਿਉਂ ਤੋੜੇ। ਹੁਣ ਚੌਧਰੀ ਵੀ ਹੈਰਾਨ ਹੈ ਵੀ ਇਹਨਾਂ ਨੂੰ ਕੀ ਪਤਾ ਵੀ ਮਹਾਰਾਜ ਨੇ ਤੀਰ ਦਿੱਤੇ ਨੇ। ਉਹਨਾਂ ਨੇ ਆਖਿਆ, ਕਹਿਣ ਲੱਗੇ ਕਿਉਂ ਤੂੰ ਗੁਰੂ ਦੇ ਬਖਸ਼ੇ ਤੀਰ ਤੋੜੇ ਹਨ। ਸੁਨਤ ਨਠਿਓ ਦੇਸੂ ਕਹਤਾ ਹੈ। ਕਹਿਣ ਲੱਗੇ ਵੀ ਜਦੋਂ ਸੁਣੇ ਨਾ ਬਚਨ ਤੇ ਕਹਿਣ ਲੱਗੇ ਉਸ ਵੇਲੇ ਬਹੁਤ ਜ਼ਿਆਦਾ ਦੌੜਿਆ ਹੈ। ਗੁਰ ਢਿਗ ਝੂਠ ਕਹਿਓ ਕਿਸ ਜਾਏ। ਕਹਿਣ ਲੱਗਾ ਵੀ ਇਹ ਤੇ ਗੁਰੂ ਕੋਲੋਂ ਕਿਸੇ ਨੇ ਝੂਠ ਬੋਲਿਆ, ਮੁੱਕਰ ਗਿਆ, ਗਲਤੀ ਕਰਕੇ ਮੰਨਿਆ ਨਹੀਂ। ਕਹਿੰਦਾ ਨਹੀਂ ਨਹੀਂ ਮੈਂ ਤੀਰ ਤੋੜੇ ਨਹੀਂ, ਇਹ ਤੇ ਮਹਾਰਾਜ ਦੇ ਕੋਲ ਕਿਸੇ ਨੇ ਗਲਤ ਖਬਰ ਦਿੱਤੀ ਹੈ, ਕਿਸੇ ਨੇ ਝੂਠ ਬੋਲਿਆ ਹੈ। ਹਮ ਤੋਰੇ ਨਹਿ ਤੋਰੇ ਹਮ ਤੀਰ ਤੈਨੋਂ ਕੇ। ਅਸੀਂ ਮਹਾਰਾਜ ਦੇ ਤੀਰ ਕੋਈ ਨਹੀਂ ਤੋੜੇ, ਇਹ ਤੇ ਮਹਾਰਾਜ ਨੂੰ ਗਲਤ ਖਬਰ ਪਹੁੰਚੀ ਹੈ। ਸਿੱਖੀ ਧਾਰਨ ਕੀਨ ਜਨੋਂ ਕੇ। ਮੈਂ ਤੇ ਮਹਾਰਾਜ ਦੀ ਸਿੱਖੀ ਧਾਰਨ ਕੀਤੀ ਹੋਈ ਹੈ, ਸਿੱਖੀ ਛੱਡ ਬੈਠਾ, ਬਣ ਗਿਆ ਹੈ ਮੜੀ ਨੂੰ ਮੰਨਣ ਵਾਲਾ, ਮੜੀ ਦਾ ਸੇਵਕ ਬਣ ਗਿਆ।
ਪਰ ਜਿਹੜੇ ਲੋਕ ਗਏ ਨੇ ਮੌੜ ਪਿੰਡ ਦੇ ਸਤਿਗੁਰਾਂ ਦਾ ਸੁਨੇਹਾ ਲੈ ਕੇ ਉਹਨਾਂ ਦੇ ਅੱਗੇ ਮੁੱਕਰ ਗਿਆ, ਕਹਿਣ ਲੱਗਾ ਨਹੀਂ ਤੁਹਾਨੂੰ ਕਿਸੇ ਨੇ ਝੂਠ ਬੋਲਿਆ, ਮੈਂ ਤੇ ਮਹਾਰਾਜ ਦੀ ਸਿੱਖੀ ਨੂੰ ਛੱਡਿਆ ਨਹੀਂ ਔਰ ਨਾ ਹੀ ਮੈਂ ਮਹਾਰਾਜ ਦੇ ਤੀਰ ਤੋੜੇ ਹਨ। ਸੁਨ ਪੰਚਾਇਤ ਗੁਰ ਢਿਗਿਆਈ। ਉਹ ਜਿਹੜੇ ਬੰਦੇ ਸਮਝਾਉਣ ਵਾਸਤੇ ਖਬਰ ਲੈ ਕੇ ਗਏ ਸਨ ਉਹਨਾਂ ਨੇ ਪੂਰੀ ਗੱਲਬਾਤ ਇਹਦੇ ਨਾਲ ਕੀਤੀ ਪਰ ਮੰਨਿਆ ਨਹੀਂ। ਉਹ ਵਾਪਸ ਆ ਗਏ ਤੇ ਮਹਾਰਾਜ ਨੂੰ ਕਹਿਣ ਲੱਗੇ ਹਨ, ਤੁਮਰੇ ਪਰ ਇੱਕ ਆਸ ਟਿਕਾਈ। ਮਹਾਰਾਜ ਜੀਓ ਸਾਡੀ ਤੇ ਇੱਕ ਆਪ ਜੀ ਦੇ ਉੱਪਰ ਆਸ ਉਮੀਦ ਹੈ। ਰਾਵਰ ਕੀ ਸਿੱਖੀ ਤਨ ਧਾਰੀ। ਸਤਿਗੁਰੂ ਜੀ ਉਹ ਤੇ ਤੁਹਾਡਾ ਹੀ ਸਿੱਖ ਹੈ, ਕਹਿੰਦਾ ਮੈਂ ਤੇ ਮਹਾਰਾਜ ਦਾ ਹੀ ਸਿੱਖ ਹਾਂ, ਮੈਂ ਤੇ ਕਿਸੇ ਨੂੰ ਮੰਨਦਾ ਨਹੀਂ ਹਾਂ। ਆਪਰਨ ਕੀ ਮੰਨਤ ਸੋ ਵਿਸਾਰੀ। ਉਸਨੇ ਦੂਜਿਆਂ ਦੀ ਮੰਨਤ ਛੱਡ ਦਿੱਤੀ ਹੈ। ਇਹ ਤੁਹਾਨੂੰ ਉਹ ਪੰਚਾਇਤ ਜਿਹੜੀ ਗਈ ਸੀ ਨਾ ਮੌੜ ਪਿੰਡ ਦੇ ਲੋਕ, ਉਹ ਜਿਵੇਂ ਦੇਸੂ ਚੌਧਰੀ ਨੇ ਆਖਿਆ ਉਹਨਾਂ ਨੇ ਸਾਰੀ ਗੱਲ ਉਵੇਂ ਸੁਣਾਈ ਵੀ ਮਹਾਰਾਜ ਨਹੀਂ ਤੁਹਾਨੂੰ ਕਿਸੇ ਨੇ ਗਲਤ ਇਹ ਦੱਸ ਪਾਈ ਹੈ। ਉਹ ਤੇ ਕਹਿੰਦਾ ਮੈਂ ਤੁਹਾਡਾ ਸਿੱਖ ਹਾਂ ਤੇ ਤੁਹਾਡੇ ਤੀਰ ਵੀ ਸਾਂਭੇ ਹੋਏ ਹਨ। ਝੂਠੇ ਵਾਕ ਸੁਨੇ ਗੁਰ ਕਹਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਨੋ ਪਿੰਡ ਵਾਲਿਆਂ ਦੇ ਬਚਨ ਤੇ ਹੁਣ ਮਹਾਰਾਜ ਤੇ ਜਾਣਦੇ ਨੇ ਵੀ ਝੂਠ ਬੋਲਦਾ ਪਿਆ, ਜਾਣੀ ਜਾਣ ਮਹਾਰਾਜ ਜਾਣ ਕੇ ਉਸ ਵੇਲੇ ਕਹਿਣ ਲੱਗੇ ਪਤਾ ਬਤਾਇਓ ਤੈਨ ਜੋ ਚਾਹਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫਿਰ ਤੁਹਾਨੂੰ ਅਸੀਂ ਪਤਾ ਦਈਏ। ਪਤਾ ਤੋਂ ਭਾਵ ਹੁੰਦਾ ਵੀ ਉਹ ਪੂਰੇ ਦਾ ਪੂਰਾ ਤੁਹਾਨੂੰ ਦਸੀਏ ਵੀ ਕੀ ਕੀ ਹੋਇਆ ਹੈ, ਪੂਰੀ ਜਾਣਕਾਰੀ ਦੇਵਾਂਗੇ ਫਿਰ ਤੇ ਤੁਸੀਂ ਮੰਨੋਗੇ ਨਾ ਵੀ ਤੀਰ ਤੋੜੇ ਨੇ। ਕਿਉਂਕਿ ਉਹਨੇ ਤੇ ਕੇਵਲ ਜ਼ੁਬਾਨੀ ਕਿਹਾ ਵੀ ਤੋੜੇ ਨਹੀਂ, ਪਰ ਮਹਾਰਾਜ ਕਹਿੰਦੇ ਅਸੀਂ ਤੇ ਪੂਰੇ ਦਾ ਪੂਰਾ ਵਿਖਾ ਸਕਦੇ ਹਾਂ ਵੀ ਇਹਨੇ ਤੋੜੇ ਨੇ। ਪਾਤਸ਼ਾਹ ਕਹਿਣ ਲੱਗੇ ਹੁਕਮ ਭਾਰ ਜਾ ਕੋ ਤਨ ਮਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨੇ ਆਪਣੇ ਘਰ ਵਾਲੀ ਦੇ ਮਗਰ ਲਾ ਕੇ ਉਹਦੇ ਕਹਿਣ ਦੇ ਉੱਪਰ ਚੱਲ ਕੇ ਇਸਨੇ ਤੀਰ ਤੜਵਾਏ ਹਨ। ਮੰਦ ਮਤੀ ਨੇ ਭੇਦ ਪਛਾਨਾ। ਇਹ ਮੰਦੀ ਮਤ ਵਾਲਾ ਹੈ, ਇਸਨੇ ਭੇਦ ਨਹੀਂ ਜਾਣਿਆ ਨਾ ਸਾਡੀ ਬਖਸ਼ਿਸ਼ ਦਾ ਔਰ ਨਾ ਹੀ ਇਹਨੇ ਇਹ ਸਮਝਿਆ ਵੀ ਝੂਠ ਸਾਡੇ ਅੱਗੇ ਬੋਲਦਾ ਪਿਆ, ਇਸਨੇ ਇਸ ਗੱਲ ਨੂੰ ਸਮਝਿਆ ਨਹੀਂ ਹੈ। ਹੁਣ ਹਟ ਕੇ ਪੰਚਾਇਤ ਆਈ। ਜਦੋਂ ਮਹਾਰਾਜ ਨੇ ਦੁਬਾਰਾ ਬਚਨ ਕੀਤੇ ਨਾ ਤੇ ਪਿੰਡ ਵਾਲੇ ਕਹਿਣ ਲੱਗੇ ਮਹਾਰਾਜ ਫਿਰ ਇੱਕ ਮੌਕਾ ਹੋਰ ਦਿਓ, ਅਸੀਂ ਫਿਰ ਜਾਂਦੇ ਹਾਂ। ਹੁਣ ਜਾ ਕੇ ਉਸ ਨੂੰ ਦੁਬਾਰਾ ਪੁੱਛਾਂਗੇ ਵੀ ਤੂੰ ਆਪਣੀ ਘਰਵਾਲੀ ਤੋਂ ਤੀਰ ਤੜਵਾਏ ਨੇ। ਸਤਿਗੁਰਾਂ ਨੂੰ ਬੇਨਤੀ ਕਰਕੇ ਮੌੜ ਪਿੰਡ ਦੇ ਲੋਕ ਜਿਹੜੇ ਸਨ ਫਿਰ ਵਾਪਸ ਚੌਧਰੀ ਦੇ ਕੋਲ ਗਏ ਹਨ। ਸਗਲੀ ਸਾਚੀ ਬਾਤ ਬਤਾਈ। ਜਿਹੜੀਆਂ ਜਿਹੜੀਆਂ ਗੱਲਾਂ ਮਹਾਰਾਜ ਨੇ ਆਖੀਆਂ ਸਨ ਵੀ ਤੀਰ ਇਹਨਾਂ ਨੇ ਤੋੜੇ ਨੇ, ਇਸ ਥਾਂ ਤੇ ਇਹਨਾਂ ਨੇ ਸੁੱਟੇ ਨੇ, ਇਹਦੀ ਘਰਵਾਲੀ ਨੇ ਤੋੜੇ ਨੇ, ਉਹ ਸਾਰੀਆਂ ਗੱਲਾਂ ਪੰਚਾਇਤ ਵਾਲਿਆਂ ਨੇ ਜਾ ਕੇ ਇਹਦੇ ਘਰੇ ਨੂੰ ਦੱਸ ਦਿੱਤੀਆਂ ਵੀ ਤੂੰ ਮੰਨਦਾ ਕਿਉਂ ਨਹੀਂ, ਤੂੰ ਕਹਿੰਦਾ ਵੀ ਤੀਰ ਤੋੜੇ ਨਹੀਂ, ਮੈਂ ਸਾਂਭੇ ਹੋਏ ਨੇ। ਮਹਾਰਾਜ ਨੇ ਤੇ ਨਿਸ਼ਾਨੀਆਂ ਦੱਸ ਦਿੱਤੀਆਂ ਵੀ ਤੂੰ ਤੋੜ ਦਿੱਤੇ। ਕਹਿੰਦੇ ਜਦੋਂ ਇਹ ਗੱਲ ਕਹੀ ਹੈ ਘਰ ਮੈਂ ਦੁਰ ਕੈ ਜੋ ਤੁਮ ਕੀਨਸ। ਜਿਹੜਾ ਤੂੰ ਘਰ ਦੇ ਵਿੱਚ ਲੁਕ ਕੇ ਕੰਮ ਕੀਤਾ, ਤੈਨੂੰ ਇਹ ਲੱਗਦਾ ਵੀ ਕਿਸੇ ਨੂੰ ਪਤਾ ਹੀ ਨਹੀਂ, ਮੈਂ ਦਰਵਾਜ਼ਾ ਬਾਹਰੋਂ ਬੰਦ ਕੀਤਾ, ਮੈਨੂੰ ਕਿਹੜਾ ਵੇਖਿਆ। ਜਿਹੜਾ ਲੁਕ ਕੇ ਛਿਪ ਕੇ ਤੂੰ ਕੰਮ ਕੀਤਾ ਹੈ। ਮਨ ਗਾਤ ਜੋਤ ਸਭ ਹੀ ਗੁਰ ਚੀਨ। ਤੇ ਸਤਿਗੁਰੂ ਪਾਤਸ਼ਾਹ ਤੇ ਮਨ ਦੀ ਗੱਲ ਜਾਣਦੇ ਨੇ, ਮਨ ਤੇਰੇ ਵਿੱਚ ਕੀ ਚੱਲਦਾ ਪਿਆ, ਮਨ ਤੇਰਾ ਕਿੱਧਰ ਨੂੰ ਭਜਦਾ ਪਿਆ, ਮਹਾਰਾਜ ਤੇ ਇਹ ਜਾਣਦੇ ਨੇ। ਘਰ ਦੇ ਵਿੱਚ ਕੀ ਹੁੰਦਾ ਹੈ ਇਹ ਤੇ ਗੱਲ ਛੋਟੀ ਹੈ, ਸਤਿਗੁਰੂ ਤੇ ਏਡੇ ਸਮਰੱਥ ਨੇ ਵੀ ਉਹ ਮਨ ਦੀਆਂ ਗੱਲਾਂ ਜਾਣਦੇ ਹਨ। ਕਹੇ ਤੁਮਾਰੇ ਕਿਆ ਅਬ ਹੋਏ। ਤੇ ਹੁਣ ਤੇਰੇ ਕਹਿਣ ਕਰਕੇ ਕੀ ਹੋਣਾ ਹੈ। ਪਰ ਉਹ ਚਰਨ ਬਖਸ਼ਾਵੋ ਸੋਏ। ਇਸ ਕਰਕੇ ਇਹ ਗੱਲ ਝੂਠੀ ਨਹੀਂ ਹੈ, ਮਹਾਰਾਜ ਨੂੰ ਪਤਾ ਲੱਗ ਗਿਆ। ਪਰ ਜੇ ਤੂੰ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦਾ ਤੇ ਹੁਣ ਅਸੀਂ ਨਹੀਂ, ਹੁਣ ਤੂੰ ਨਾਲ ਚੱਲ ਤੇ ਜਾ ਕੇ ਮਹਾਰਾਜ ਦੇ ਚਰਨਾਂ ਤੇ ਮਾਫੀ ਮੰਗ ਲੈਣਾ ਕਰ। ਸੁਣੀ ਧਾਏ ਪੰਚਾਇਤ ਆਈ। ਜਦੋਂ ਇਸ ਨੇ ਸੁਣੀ ਨਾ ਗੱਲ ਪੰਚਾਇਤ ਦੀ, ਇੰਨੇ ਚਿਰ ਨੂੰ ਇਹਦੀ ਘਰਵਾਲੀ ਆ ਗਈ। ਉਹ ਸੁਣਦੀ ਵੀ ਸੀ ਚੌਂਕੇ 'ਚ ਬੈਠੀ ਵੀ ਵਾਰ-ਵਾਰ ਆ ਕੇ ਸਾਨੂੰ ਪੁੱਛਦੇ ਵੀ ਤੀਰ ਤੋੜੇ ਤੇ ਕਿਉਂ ਤੋੜੇ। ਤੇ ਕਹਿਣ ਲੱਗੇ ਉਹ ਜਿਹੜੀ ਇਸ ਦੀ ਇਸਤਰੀ ਹੈ, ਘਰਵਾਲੀ ਹੈ ਦੇਸੂ ਦੀ, ਉਹਦਾ ਨਾਮ ਹੈ ਧਾਏ। ਤੇ ਕਹਿਣ ਲੱਗੇ ਉਹ ਧਾਏ ਨਾਮ ਦੀ ਜਨਾਨੀ ਉਸ ਵੇਲੇ ਆ ਗਈ ਹੈ। ਪਤ ਕੋ ਝਿਰਕਤ ਕ੍ਰੋਧ ਵਧਾਈ। ਕਹਿਣ ਲੱਗੇ ਵੀ ਇਹ ਆਪਣੇ ਪਤੀ ਨੂੰ ਝਿੜਕਣ ਲੱਗ ਪਈ। ਆਉਂਦੇ ਹੀ ਉਹਨੇ ਇਹ ਨਹੀਂ ਵੇਖਿਆ ਵੀ ਦੂਜੇ ਪਿੰਡ ਦੀ ਪੰਚਾਇਤ ਆਈ ਹੈ। ਗੁੱਸੇ ਦੇ ਨਾਲ ਭਰੀ ਹੋਈ ਆਪਣੇ ਪਤੀ ਦੇ ਦਿਵਾਲੇ ਹੋ ਗਈ ਉਸੇ ਵੇਲੇ। ਫਿਰ ਕਹਿਣ ਲੱਗੀ ਹੈ ਘਰ ਸੇ ਬਹਿਰ ਨਾ ਨਿਕਸਨ ਦੀਨਸ। ਕਹਿਣ ਲੱਗੇ ਵੀ ਇਹ ਘਰ ਤੋਂ ਜਿਹੜੀ ਗੱਲ ਹੈ ਬਾਹਰ ਨਹੀਂ ਜਾਣੀ ਚਾਹੀਦੀ। ਮਿਲਨ ਪੰਚਾਇਤ ਕੋ ਨ ਕੀਨਸ। ਤੇ ਤੁਸੀਂ ਪੰਚਾਇਤ ਵਿੱਚ ਵੀ ਨਹੀਂ ਗਏ, ਆਪਾਂ ਘਰੋਂ ਬਾਹਰ ਨਹੀਂ ਗਏ, ਤੀਰ ਆਪਾਂ ਘਰੇ ਤੋੜੇ ਦਰਵਾਜ਼ਾ ਬੰਦ ਕਰਕੇ। ਤੁਹਾਨੂੰ ਮੈਂ ਘਰੋਂ ਬਾਹਰ ਨਹੀਂ ਜਾਣ ਦਿੱਤਾ ਵੀ ਤੁਸੀਂ ਕਿਸੇ ਕੋਲੋਂ ਗੱਲ ਕਿਤੇ ਕਰ ਨਾ ਦਿਓ, ਨਾ ਤੁਸੀਂ ਬਾਹਰ ਗਏ ਨਾ ਮੈਂ ਬਾਹਰ ਗਈਆਂ ਘਰੋਂ, ਤੁਹਾਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਹੈ। ਇੱਕ ਦੋ ਦਿਵਸ ਬੈਠ ਹਟ ਆਏ। ਤੇ ਤੁਸੀਂ ਬਿਨਾਂ ਦੱਸੇ ਤੋਂ ਮਹਾਰਾਜ ਦੇ ਕੋਲ ਬੈਠ ਕੇ ਤੇ ਮੁੜੇ ਆਏ ਹੋ। ਕਰ ਬੰਧਨ ਬੇਨਤੀ ਮੁਖ ਗਾਏ। ਤੇ ਉਸ ਵੇਲੇ ਬੇਨਤੀ ਕਰਕੇ ਤੇ ਸਤਿਗੁਰਾਂ ਨੂੰ ਬੰਧਨ ਕਰਕੇ ਬੇਨਤੀ ਕਰੋ। ਸਿਮਾ ਨਿਧਾਨ ਆਪ ਤੁਮ ਆਹੋ। ਤੇ ਜਾ ਕੇ ਬੇਨਤੀ ਕਰ
ਘਰਵਾਲੀ ਕਹਿਣ ਲੱਗੀ ਜਾ ਕੇ ਬੇਨਤੀ ਕਰਨਾ ਕਰ ਮਹਾਰਾਜ ਤੁਸੀਂ ਮਾਫ ਕਰਨ ਵਾਲੇ ਹੋ। ਲੱਖ ਸਭ ਔਗਣ ਕੁਛ ਨ ਕਹੋ। ਤੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਤੇ ਔਗਣਾਂ ਨੂੰ ਜਾਣ ਕੇ ਵੀ ਮਾਫ ਕਰ ਦਿੰਦੇ ਹੋ। ਪਤਿਤ ਪਾਵਨੋ ਨਾਮ ਤੁਮਾਰਾ, ਤੁਹਾਡਾ ਨਾਮ ਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਧਨ ਸਮ ਕਿਰਪਾ ਕਰੋ ਇੱਕ ਸਾਰਾ। ਤੇ ਮਹਾਰਾਜ ਜਿਵੇਂ ਬੱਦਲ ਨੇ ਨਾ, ਬੱਦਲ ਨੇ ਮੀਂਹ ਪਾਉਣਾ ਹੋਵੇ ਤੇ ਬੱਦਲ ਇਹ ਨਹੀਂ ਵੇਂਦਾ ਵੀ ਆਹ ਅਮੀਰ ਦਾ ਘਰ ਹੈ ਗਰੀਬ ਦਾ ਘਰ ਹੈ, ਆਹ ਕਿਸੇ ਅਮੀਰ ਦਾ ਖੇਤ ਹੈ ਆਹ ਕਿਸੇ ਗਰੀਬ ਦਾ ਖੇਤ ਹੈ। ਬੱਦਲ ਇਹ ਨਹੀਂ ਵੇਂਦਾ ਵੀ ਆਹ ਖੇਤ ਜ਼ਿਆਦੀ ਜ਼ਮੀਨ ਵਾਲੇ ਦਾ ਆਹ ਖੇਤ ਘੱਟ ਜ਼ਮੀਨ ਵਾਲੇ ਦਾ ਵੇਖਦਾ ਨਹੀਂ। ਬੱਦਲ ਤੇ ਬਰਾਬਰ ਹੀ ਮੀਂਹ ਪਾਉਂਦਾ ਹੈ। ਮਹਾਰਾਜ ਨੂੰ ਜਾ ਕੇ ਬੇਨਤੀ ਕਰੋ ਮਹਾਰਾਜ ਤੁਸੀਂ ਉਹ ਬੱਦਲ ਦੇ ਵਾਂਗ ਤੁਸੀਂ ਤੇ ਬਰਾਬਰ ਹੀ ਬਖਸ਼ਿਸ਼ਾਂ ਕਰਦੇ ਹੋ ਤੇ ਸਾਡੇ ਤੇ ਕਿਰਪਾ ਕਰੋ। ਸੁਣ ਪੰਚਾਇਤ ਕੋ ਬਚਦੀਨ, ਕਹਿਣ ਲੱਗੇ ਵੀ ਉਸ ਵੇਲੇ ਸੁਣ ਕੇ ਪੰਚਾਇਤ ਦੇ ਬਚਨ ਕਿਰਪਾ ਨਿਧਾਨ ਕਹਿਓ ਸਭ ਚੀਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਿਧਾਨ ਉਸ ਵੇਲੇ ਸਭ ਕੁਝ ਜਾਣ ਕੇ ਕਹਿਣ ਲੱਗੇ ਬੀਚ ਭਰੇ ਤੁਮ ਇੱਕ ਦੋ ਵਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਤੁਸੀਂ 2 ਵਾਰੀ ਵਿੱਚ ਫਿਰੇ ਹੋ। ਜਦੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਵੀ ਤੀਰ ਤੋੜੇ ਨੇ ਤੁਸੀਂ ਆਖਿਆ ਮਹਾਰਾਜ ਮੌਕਾ ਦਿਓ ਕਿ ਅਸੀਂ ਜਾਣਾ, ਤੁਸੀਂ ਗਏ ਪਰ ਦੇਸੂ ਮੰਨਿਆ ਨਹੀਂ। ਦੂਜੀ ਵਾਰੀ ਫਿਰ ਅਸੀਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਕੰਮ ਸਾਰਾ ਹੋਇਆ, ਫਿਰ ਤੁਸੀਂ ਦੁਬਾਰਾ ਗਏ ਹੋ। ਤੁਸੀਂ 2 ਵਾਰ ਰਸਤੇ ਵਿੱਚ ਚੱਕਰ ਲਾਏ ਹਨ। ਜਾਂ ਤੇ ਤਲਕਾ ਵਸੈ ਉਦਾਰ, ਇਸ ਕਰਕੇ ਇੱਥੇ ਤਲਕਾ ਭਾਵ ਕੇ ਬਹੁਤਾ ਜਿਹੜਾ ਨਗਰ ਇੱਥੇ ਵਸੇਗਾ। ਹਰ ਦੇਸੂ ਕੀ ਗਤ ਪਈ ਇਹੀ। ਹੁਣ ਦੇਸੂ ਦੀ ਇਹ ਗੱਲ ਹੋਵੇਗੀ ਤੁਹਾਡੇ ਜਾਣ ਕਰਕੇ ਤੁਸੀਂ ਸੇਵਾ ਵਿੱਚ ਲੱਗੇ ਰਹੇ ਹੋ, ਤੁਹਾਡਾ ਤੇ ਨਗਰ ਵਸ ਜਾਏਗਾ। ਪਰ ਦੇਸੂ ਨੇ ਜਿਹੜਾ ਝੂਠ ਬੋਲਿਆ ਤੇ ਪਾਪ ਕੀਤੇ ਉਹਦਾ ਕੀ ਹਾਲ ਹੋਣਾ ਮਹਾਰਾਜ ਦੱਸਣ ਲੱਗੇ ਹਨ। ਕਲਰ ਤੇ ਹਮ ਕੀਨੋ ਲੇਹੀ, ਮਹਾਰਾਜ ਕਹਿਣ ਲੱਗੇ ਅਸੀਂ ਤੇ ਕਲਰ ਤੋਂ ਕੀਤੀ ਸੀ ਖੇਤੀ ਵਾਲੀ ਜਗ੍ਹਾ, ਕਿਉਂਕਿ ਕਲਰੀ ਜਗ੍ਹਾ ਤੇ ਕੁਝ ਉਗਦਾ ਨਹੀਂ ਹੈ, ਬੀਜ ਵੀ ਖਤਮ ਹੋ ਜਾਂਦਾ। ਦੇਸੂ ਸੀ ਕਲਰ ਦੀ ਖੇਤੀ ਦੇ ਵਾਂਗ, ਪਰ ਅਸੀਂ ਉਹਨੂੰ ਬਣਾ ਦਿੱਤਾ ਕਲਰ ਖਤਮ ਕਰਕੇ ਅੰਨ ਪੈਦਾ ਕਰਨ ਵਾਲੀ ਖੇਤੀ। ਭਾਵ ਇਹ ਹੈ ਵੀ ਪਹਿਲਾਂ ਉਹਦੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ, ਪਹਿਲਾਂ ਤੇ ਉਹ ਆਪਣੀ ਜਮ੍ਹਾਂ ਪੂੰਜੀ ਸਵਾਸ ਤੇ ਆਪਣਾ ਸਮਾਂ ਬਰਬਾਦ ਕਰਦਾ ਪਿਆ ਸੀ। ਪਰ ਅਸੀਂ ਉਹਨੂੰ ਨਾਮ ਦੀ ਦਾਤ ਦੇ ਕੇ ਉਹਨੂੰ ਕੁਝ ਬਣਾਉਣਾ ਚਾਹੁੰਦੇ ਸੀ, ਪਰ ਉਸਨੇ ਇਸ ਦਾਤ ਨੂੰ ਸੰਭਿਆ ਨਹੀਂ ਹੈ। ਉਨਹੋ ਲੂਨ ਕਲਰ ਹੋਏ ਗਏ। ਕਹਿਣ ਲੱਗੇ ਵੀ ਫਿਰ ਉਹ ਜਿਹੜਾ ਲੂਣ ਹੈ ਨਾ ਉਹ ਕਲਰ ਬਣ ਗਿਆ ਹੈ। ਬੰਸ ਆਪਨੋ ਨਾਸ਼ਨ ਕੀ, ਇਸ ਨੇ ਆਪਣਾ ਬੰਸ ਨਾਸ ਕਰ ਲਿਆ। ਮਹਾਰਾਜ ਕਹਿਣ ਲੱਗੇ ਦਿੱਤੀਆਂ ਤੇ ਅਸੀਂ ਦਾਤਾਂ ਸਨ, ਪਰ ਦਾਤਾਂ ਸਾਂਭ ਨਹੀਂ ਸਕਿਆ, ਇਹਨੇ ਆਪਣੀ ਬੰਸ਼ ਨਾਸ ਕਰ ਲਈ ਹੈ, ਖਾਨਦਾਨ ਕੁੱਲ ਨਾਸ ਕਰ ਲਈ ਹੈ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਮਤ ਥੋੜੀ ਸੇਵ ਗਵਾਈ ਹੈ। ਜਦੋਂ ਬੰਦੇ ਦੀ ਮਤ ਮਰ ਜਾਵੇ ਨਾ ਜਾਂ ਮਤ ਘੱਟ ਹੋਵੇ ਤੇ ਫਿਰ ਬੰਦਾ ਕੀਤੀ ਕਰਾਈ ਸਾਰੀ ਕੂਝ ਪਾ ਲੈਂਦਾ। ਦੇਸੂ ਦੀ ਮਤ ਮਰ ਗਈ ਹੈ ਤੇ ਆਪਣੀ ਕੀਤੀ ਕਰਾਈ ਸਾਰੀ ਗਵਾ ਕੇ ਬਹਿ ਗਿਆ। ਕਿੱਥੇ ਬਖਸ਼ਿਸ਼ਾਂ ਹੋਣੀਆਂ ਸਨ। ਮਹਾਰਾਜ ਨੇ ਆਖਿਆ ਇਲਾਕੇ ਦਾ ਰਾਜਾ ਬਣ ਸਕਦਾ, ਤੈਨੂੰ 5 ਤੀਰ ਦੇ ਕੇ ਚੱਲੇ ਆ। ਕਿੱਥੇ ਰਾਜ ਭਾਗ ਮਿਲਣਾ ਸੀਗਾ, ਕਿੱਥੇ ਮਹਾਰਾਜ ਦੇ ਮੁਖੋਂ ਬਚਨ ਕਢਾ ਲਿਆ ਵੀ ਤੇਰਾ ਰਹਿਣਾ ਕੁਝ ਨਹੀਂ ਹੈ। ਇਹ ਹੈ ਮਤ ਥੋੜੀ ਸੇਵ ਗਵਾਈ ਹੈ। ਕਈ ਵਾਰੀ ਥੋੜੀ ਮਤ ਦੇ ਨਾਲ ਕੋਈ ਕਾਰਜ ਇਹੋ ਜਿਹਾ ਮਾੜਾ ਹੋ ਜਾਂਦਾ ਹੈ ਕਿ ਕੀਤੀ ਕਰਾਈ ਸਾਰੀ ਵਿਗੜ ਜਾਂਦੀ ਹੈ। ਤੇ ਅੱਗੇ ਉਪਜੈ ਨਹੀਂ, ਇਸ ਕਰਕੇ ਇਸ ਤੋਂ ਬਾਅਦ ਵਿੱਚ ਇਹਦੇ ਘਰ ਵਿੱਚ ਹੁਣ ਅੱਗੇ ਸੰਤਾਨ ਪੈਦਾ ਨਹੀਂ ਹੋਏਗੀ। ਸਨੇ ਸਨੇ ਜੀਵਤ ਮਰ ਜਾਹੀ, ਤੇ ਜਿਹੜੇ ਜਿਉਂਦੇ ਨੇ ਇਹ ਵੀ ਕੋਈ ਬਿਮਾਰ ਹੋਵੇਗਾ, ਕੋਈ ਵਿਪਤਾ, ਕੋਈ ਸੰਕਟ, ਕੋਈ ਦੁੱਖ ਪਾ ਕੇ ਇਹਨਾਂ ਨੇ ਵੀ ਮਰ ਜਾਣਾ ਹੈ। ਲਹਿ ਸਜਾਏ ਜਾਏ ਜਮ ਧਾਮ, ਤੇ ਇਹ ਸਜ਼ਾ ਇੱਥੇ ਵੀ ਪਾਏਗਾ ਤੇ ਜਮਾਂ ਦੇ ਧਾਮ ਜਾ ਕੇ ਉੱਥੇ ਵੀ ਸਜ਼ਾ ਪਾਵੇਗਾ। ਲੋਕ ਤੇ ਪਰਲੋਕ ਇਹਨੇ ਆਪਣਾ ਗਵਾ ਲਿਆ, ਕਿਉਂਕਿ ਵਾਰ-ਵਾਰ ਇਸਨੇ ਝੂਠ ਬੋਲਿਆ ਹੈ। ਉਹ ਨਾ ਛੁਟਾਵਨ ਕੂਲ ਹੈ ਨਾਮ, ਇਹਦਾ ਛਡਾਉਣ ਦਾ ਕੋਈ ਨਾਮ ਨਹੀਂ ਲਵੇਗਾ, ਛੁੱਟੇਗਾ ਨਹੀਂ। ਕੋਈ ਇਹੋ ਜਿਹਾ ਵਿਅਕਤੀ ਇਸ ਨੂੰ ਛੁਡਾ ਨਹੀਂ ਸਕਦਾ ਹੈ। ਬਿਨ ਹਾਕਮ ਜਿਮ ਰਈਅਤ ਲੁਟਿਐ, ਜਿਵੇਂ ਰਾਜੇ ਤੋਂ ਬਿਨਾ ਪ੍ਰਜਾ ਲੁੱਟੀ ਜਾਂਦੀ ਹੈ। ਰਾਜਾ ਨਾ ਦੇਸ਼ ਦਾ ਹੋਵੇ ਕੋਈ ਤੇ ਰਾਜੇ ਦੀ ਫੌਜ ਨਾ ਹੋਵੇ ਤੇ ਪ੍ਰਜਾ ਨੂੰ ਜਿਹੜਾ ਮਰਜ਼ੀ ਲੁੱਟ ਕੇ ਲਿਜਾ ਸਕਦਾ ਹੈ। ਪਤ ਸਮਰੱਥ ਬਿਨ ਕਹੋ ਕਿਮ ਛੁਟੀਐ, ਤੇ ਜਿੰਨਾ ਚਿਰ ਪ੍ਰਜਾ ਦਾ ਪਤੀ ਨਾ ਹੋਵੇ, ਭਾਵ ਕਿ ਰਾਜਾ ਨਾ ਹੋਵੇ ਮਜ਼ਬੂਤ, ਤੇ ਉਹਨਾਂ ਚਿਰ ਕਿਸੇ ਨੂੰ ਛੁਡਾਇਆ ਨਹੀਂ ਜਾ ਸਕਦਾ ਹੈ। ਇਸ ਪ੍ਰਕਾਰ ਗੁਰੂ ਸ਼ਰਾਪ ਬਖਾਨਾ, ਮਹਾਰਾਜ ਜੀ ਨੇ ਇਹ ਜਿਹੜੇ ਵੱਡੇ ਬਚਨ ਹਨ ਪਾਤਸ਼ਾਹ ਜੀ ਨੇ ਉਸ ਵੇਲੇ ਬਖਸ਼ੇ ਹਨ। ਪਰਿਓ ਜਾਏ ਤਹ ਬ੍ਰਜ ਸੁਮਨ, ਇਧਰੋਂ ਮਹਾਰਾਜ ਦੇ ਬਚਨ ਨਿਕਲੇ ਤੇ ਉਧਰੋਂ ਬਚਨ ਇਹਦੇ ਤੇ ਜਾ ਕੇ ਪੈ ਗਏ। ਬਚਨ ਇਹ ਸੀ ਵੀ ਇਹਦੀ ਸੰਤਾਨ ਅੱਗੇ ਨਹੀਂ ਹੋਵੇਗੀ। ਦੂਜਾ ਬਚਨ ਇਹ ਵੀ ਜਿੰਨੇ ਕੁ ਜਿਉਂਦੇ ਨੇ ਇਹ ਵੀ ਚਲੇ ਜਾਣਗੇ ਦੁਨੀਆ ਤੋਂ ਦੁੱਖ ਪਾ ਕੇ। ਜਿਹੜੀਆਂ ਬਖਸ਼ਿਸ਼ਾਂ ਅਸੀਂ ਕੀਤੀਆਂ ਸਨ, ਇਹਨੂੰ ਉਪਜਾਵਣ ਅੰਨ ਪੈਦਾ ਕਰਨ ਵਾਲੀ ਖੇਤੀ ਧਰਤੀ ਬਖਸ਼ੀ ਸੀ,
ਉਹ ਵੀ ਕਲਰੀ ਹੋਵੇਗੀ ਤੇ ਲੂਣ ਦੇ ਵਾਂਗ ਇਹਨਾਂ ਨੇ ਗਲ ਜਾਣਾ ਹੈ। ਦਿਵਸ ਕਿਤਕ ਮੈਂ ਦੇਸੂ ਮਰਿਓ। ਸੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਦੇ ਬਚਨ ਹੋਣ ਤੋਂ ਮਗਰੋਂ ਥੋੜੇ ਦਿਨਾਂ ਬਾਅਦ ਦੇਸੂ ਜਿਹੜਾ ਹੈ ਨਾ ਚੌਧਰੀ ਮਰ ਗਿਆ ਹੈ। ਗੈਂਡਾ ਪੁੱਤਰ ਬਿਠਾਵਨ ਕਰਿਓ। ਤੇ ਇਸ ਦਾ ਪੁੱਤਰ ਸੀ, ਉਹਦਾ ਨਾਮ ਸੀ ਗੈਂਡਾ। ਉਸ ਗੈਂਡੇ ਨਾਮ ਦੇ ਪੁੱਤਰ ਨੂੰ ਇਸ ਨੇ ਆਪਣੀ ਜਗ੍ਹਾ ਤੇ ਚੌਧਰਤਾਈ ਜਿਹੜੀ ਦਿੱਤੀ ਹੈ। ਕਿੰਚਤ ਮਾਸ ਬਿਤੇ ਜਬ ਤਾਹੂ। ਜਦੋਂ ਕੁਝ ਕੁ ਮਹੀਨੇ ਇਸ ਦੇ ਪੁੱਤਰ ਨੂੰ ਉਹ ਚੌਧਰੀ ਦੀ ਪਦਵੀ ਤੇ ਬੈਠਿਆ ਹੋਏ ਹਨ। ਕੋ ਰਾਜ ਕਰਤ ਸਭ ਮਾਹੂ। ਆਪਣੇ ਪਿਤਾ ਦਾ ਰਾਜ ਜਿੰਨਾ ਸੀ ਇਲਾਕੇ ਵਿੱਚ ਸਾਰਾ ਇਹ ਸਾਂਭਦਾ ਹੈ। ਗੈਂਡੇ ਕੀਏ ਤ੍ਰਿਆ ਕੋ ਇੱਕ ਭਰਾ। ਕਹਿਣ ਲੱਗੇ ਵੀ ਜਿਹੜਾ ਗੈਂਡਾ ਸੀ ਨਾ ਪੁੱਤਰ ਇਸ ਦਾ, ਇਹਦੀ ਘਰਵਾਲੀ ਦਾ ਜਿਹੜਾ ਭਰਾ ਹੈ, ਭਾਵ ਕਿ ਜਿਹੜਾ ਇਹਦਾ ਸਾਲਾ ਲੱਗਦਾ ਹੈ, ਤਿਸਨੇ ਕਰਿਓ ਖੂਨ ਕਿਤ ਜਾਤ। ਉਸਨੇ ਵੇਖਿਆ ਵੀ ਇਹ ਮੇਰਾ ਜਿਹੜਾ ਜੀਜਾ ਲੱਗਦਾ ਹੈ ਬੜਾ ਅਮੀਰ ਆਦਮੀ, ਬੜਾ ਮਾਇਆ, ਬੜੇ ਖੇਤ ਇਹਨਾਂ ਦੇ ਕੋਲ, ਬੜਾ ਵੱਡਾ ਜਗੀਰਦਾਰ ਹੈ, ਬੜਾ ਵੱਡਾ ਚੌਧਰੀ ਹੈ। ਉਹ ਬਹਾਨੇ ਦੇ ਨਾਲ ਕਿਤੇ ਪਾਸੇ ਲੈ ਗਿਆ ਤੇ ਉਹਨੇ ਪਾਸੇ ਲਿਜਾ ਕੇ ਆਪਣੇ ਜੀਜੇ ਦਾ ਹੀ ਕਤਲ ਕਰ ਦਿੱਤਾ ਸਾਲੇ ਨੇ, ਵੀ ਮੈਂ ਇਹਨੂੰ ਮਾਰ ਕੇ ਖਤਮ ਕਰਾਂ ਔਰ ਇਹਦੀ ਚੌਧਰਤਾਈ ਮੈਨੂੰ ਮਿਲ ਜਾਵੇ, ਜ਼ਮੀਨ ਜਾਇਦਾਦ ਮੈਨੂੰ ਮਿਲ ਜਾਵੇ, ਮੈਂ ਮਾਲਕ ਬਣ ਜਾਵਾਂ। ਉਹ ਜਿਹੜਾ ਗੈਂਡਾ ਪੁੱਤਰ ਸੀ ਨਾ ਦੇਸੂ ਦਾ, ਉਸ ਨੂੰ ਉਸ ਦੇ ਸਾਲੇ ਨੇ ਲਿਜਾ ਕੇ ਮਾਰ ਦਿੱਤਾ ਹੈ। ਸੋ ਗੈਂਡੇ ਤਤਕਾਲ ਬੁਲਾਵਾ। ਕਹਿਣ ਲੱਗੇ ਵੀ ਉਸ ਵੇਲੇ ਗੈਂਡੇ ਨੇ ਉਸ ਨੂੰ ਬੁਲਾਇਆ ਹੈ। ਨਿਜ ਕਰ ਤੇ ਬਰਛੀ ਸੰਗ ਘਾਵਾ। ਕਹਿਣ ਲੱਗੇ ਵੀ ਬਰਛੀ ਦੇ ਨਾਲ ਉਸ ਵੇਲੇ ਮਾਰ ਦਿੱਤਾ। ਬਚਨ ਇਹ ਆਇਆ ਵੀ ਇਹ ਸਾਲਾ ਤੇ ਜੀਜਾ ਆਪਸ ਵਿੱਚ ਇਹਨਾਂ ਦੀ ਬਣਦੀ ਨਹੀਂ ਹੈ, ਕਿਸੇ ਗੱਲੋਂ ਝਗੜਾ ਸੀ ਤੇ ਗੈਂਡੇ ਨੇ ਵੇਖਿਆ ਵੀ ਹੁਣ ਇਸ ਵੇਲੇ ਮੇਰੀ ਪਹੁੰਚ ਹੈ, ਆਪਣੇ ਸਾਲੇ ਨੂੰ ਬੁਲਾਇਆ ਬਹਾਨੇ ਦੇ ਨਾਲ ਵੀ ਤੂੰ ਮੈਨੂੰ ਮਿਲ ਆ ਕੇ। ਤੇ ਜਦੋਂ ਸਾਲਾ ਆਇਆ ਜੀਜੇ ਨੂੰ ਮਿਲਣ ਵਾਸਤੇ ਤੇ ਇਸ ਗੈਂਡੇ ਨੇ ਬਰਛੀ ਮਾਰ ਕੇ ਸਾਲਾ ਮਾਰ ਦਿੱਤਾ ਵੀ ਇਹਨੂੰ ਮਾਰ ਕੇ ਮੈਂ ਖਤਮ ਕਰ ਦੇਣਾ ਕਰਾਂ। ਇਸਕੇ ਭਰਾਤ ਹੋਏ ਇਕਠਾਏ। ਤੇ ਜਦੋਂ ਸਾਲੇ ਨੂੰ ਮਾਰਿਆ ਉਹਦੇ ਜਿੰਨੇ ਭਰਾ ਸਾਨੂੰ ਆਪਸ ਵਿੱਚ ਇਕੱਠੇ ਹੋ ਗਏ। ਮਹਾ ਸ਼ੋਕ ਧਰ ਹਿਰਦਾ ਤਪਾਏ। ਤੇ ਉਹ ਬੜੇ ਰੋਂਦੇ ਨੇ, ਆਪਣੇ ਘਰ ਦੇ ਵਿੱਚ ਬੜੇ ਦੁਖੀ ਹੁੰਦੇ ਹਨ। ਤਸਕਰ ਸਮਨ ਹੈ ਤਸਕਰ ਸਮਨਿਸ ਮਹਿ ਤਹਿ ਗਏ। ਉਹਨਾਂ ਨੇ ਆਖਿਆ ਵੀ ਸਾਡੇ ਭਰਾ ਨੂੰ ਇਹ ਸਾਡਾ ਜਿਹੜਾ ਜੀਜਾ ਲੱਗਦਾ, ਪ੍ਰਾਹੁਣਾ ਲੱਗਦਾ, ਇਹਨੇ ਬਰਛੀ ਮਾਰ ਕੇ ਮਾਰਿਆ, ਹੁਣ ਅਸੀਂ ਇਹਨੂੰ ਨਹੀਂ ਛੱਡਾਂਗੇ। ਪਰ ਸ਼ਰੇਆਮ ਤੇ ਮਾਰ ਨਹੀਂ ਸਕਦੇ, ਤਾਕਤ ਵਾਲਾ, ਇਹਦੇ ਕੋਲ ਬੰਦੇ ਜ਼ਿਆਦੇ ਨੇ। ਰਾਤ ਨੂੰ ਗਏ, ਜਦੋਂ ਵੇਖਿਆ ਵੀ ਅੱਧੀ ਰਾਤ ਹਨੇਰਾ ਹੋ ਗਿਆ, ਚੋਰਾਂ ਦੇ ਵਾਂਗ ਛੁਪਦੇ ਛੁਪਦੇ ਗਏ ਹਨ। ਗੈਂਡਾ ਸੁਪਤ ਜਹਾਂ ਥਿਤ ਤੇ ਕੀਏ। ਜਿੱਥੇ ਉਹ ਗੈਂਡਾ ਸੁੱਤਾ ਹੋਇਆ ਸੀ ਨਾ ਦੇਸੂ ਦਾ ਪੁੱਤਰ, ਉਹਨਾਂ ਨੇ ਚੋਰੀ ਲੋਕੇ ਵੇਖ ਲਿਆ, ਚੋਰਾਂ ਦੇ ਵਾਂਗ ਵੀ ਉਹ ਸਾਹਮਣੇ ਸੁੱਤਾ ਹੈ। ਤਰਵਾਰਨ ਸੰਗ ਐਸੇ ਮਾਰੇ। ਉਹਨਾਂ ਸਾਰਿਆਂ ਨੇ ਜਿਨ੍ਹਾਂ ਦਾ ਭਰਾ ਮਾਰਿਆ ਸੀ, ਉਹਨਾਂ ਭਰਾਵਾਂ ਨੇ ਮਿਲ ਕੇ ਆਪਣੀਆਂ ਤਲਵਾਰਾਂ ਦਾ ਵਾਰ ਕਰਕੇ ਗੈਂਡੇ ਨੂੰ ਜਿਹੜਾ ਛੋਟਾ ਛੋਟਾ ਟੁੱਕ ਦਿੱਤਾ, ਮੰਜੇ ਤੇ ਪੈਰ ਨੂੰ ਵੱਢ ਦਿੱਤਾ ਹੈ। ਭਜਨ ਹੇਤ ਨਾ ਪਾਗਿਕ ਧਾਰਿਓ। ਕਹਿਣ ਲੱਗੇ ਵੀ ਭਜਨ ਵਾਸਤੇ ਲੱਤਾਂ ਵੀ ਉਹਨਾਂ ਨੇ ਸਾਬਤ ਨਹੀਂ ਛੱਡੀਆਂ, ਲੱਤਾਂ ਵੀ ਵੱਢ ਕੇ ਸੁੱਟ ਦਿੱਤੀਆਂ ਹਨ। ਜਬ ਸੰਘਾਰ ਕਰ ਚਲੇ ਪਲਾਈ। ਜਦੋਂ ਇਸ ਗੈਂਡੇ ਨੂੰ ਮਾਰ ਕੇ ਉਹ ਜਿਹੜੇ ਭਰਾ ਸਨ ਜਦੋਂ ਜਾਣ ਲੱਗੇ ਹਨ, ਸੁਲਟਨ ਸੈਨਾ ਕੇ ਸੁਧ ਪਾਈ। ਉਸ ਵੇਲੇ ਇਹਦੀ ਫੌਜ ਨੂੰ ਪਤਾ ਲੱਗ ਗਿਆ ਵੀ ਸਾਡੇ ਮਾਲਕ ਨੂੰ ਇਹਦੇ ਸਾਲਿਆਂ ਨੇ ਆ ਕੇ ਇਕੱਠੇ ਹੋ ਕੇ ਮਾਰਿਆ ਹੈ। ਚੜੀ ਫੌਜ ਤਨ ਪਾਛੈ ਪਰੀ। ਤੇ ਉਹ ਫੌਜ ਮਗਰ ਲੱਗ ਗਈ, ਇਹਨਾਂ ਦੇ ਸਾਲਿਆਂ ਦੇ ਗੈਂਡੇ ਦੇ ਸਾਲਿਆਂ ਦੇ ਮਗਰ ਫੌਜ ਲੱਗ ਗਈ ਵੀ ਇਹਨਾਂ ਨੇ ਸਾਡੇ ਮਾਲਕ ਨੂੰ ਮਾਰਿਆ, ਹੁਣ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਹੈ। ਬਹਿਰ ਤੇ ਲਰਕਰ ਇੱਕ ਘਰੀ। ਕਹਿਣ ਲੱਗੇ ਵੀ ਬਾਹਰ ਜੰਗ ਹੋ ਪਿਆ, ਉਹ ਵੀ ਅੱਗੋਂ ਕਾਫੀ ਬੰਦੇ ਸਨ, ਇਧਰੋਂ ਇਹਦੀ ਫੌਜ ਆਪਸ ਵਿੱਚ ਲੜੇ ਹਨ। ਜਬ ਗੈਂਡਾ ਮਾਰਿਓ ਗਏ। ਜਦੋਂ ਇਸ ਤਰ੍ਹਾਂ ਗੈਂਡਾ ਮਾਰਿਆ ਗਿਆ ਉਸ ਲੜਾਈ ਦੇ ਵਿੱਚ ਆਪਣੇ ਸਾਲਿਆਂ ਦੇ ਕੋਲੋਂ, ਪੌਤਰ ਸੋ ਦੇਸੂ ਕੇ ਤੇ ਕਥਿਓ। ਕਹਿਣ ਲੱਗੇ ਵੀ ਦੇਸੂ ਦਾ ਇੱਕ ਫਿਰ ਪੋਤਰਾ ਸੀ, ਭਾਵ ਕਿ ਗੈਂਡੇ ਦਾ ਇੱਕ ਪੁੱਤਰ ਸੀ ਇੱਕੋ ਇੱਕ ਹੀ। ਤੇ ਜਦੋਂ ਫਿਰ ਉਹਦਾ ਬਾਪ ਮਾਰਿਆ ਗਿਆ ਤੇ ਫਿਰ ਲੋਕਾਂ ਨੇ ਇਹ ਗੱਲ ਵਿਚਾਰੀ ਹੈ। ਸੋ ਬਿਖਦੇ ਸ਼ਰੀਕਨ ਮਾਰੇ। ਉਸ ਨੂੰ ਜ਼ਹਿਰ ਦੇ ਕੇ ਸ਼ਰੀਕਾਂ ਨੇ ਮਾਰ ਦਿੱਤਾ, ਕਿਉਂਕਿ ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਜੇ ਕਿਸੇ ਦੇ ਉੱਪਰ ਚੰਗਾ ਜੋਬਨ ਹੈ ਨਾ, ਚੰਗੇ ਨੈਣ ਨਕਸ਼, ਸੋਹਣਾ ਸਰੀਰ ਹੈ, ਉਹ ਵੀ ਉਹਦਾ ਕਿਸੇ ਟਾਈਮ ਤੇ ਵੈਰੀ ਬਣ ਜਾਂਦਾ। ਜੇ ਕਿਸੇ ਕੋਲ ਬਹੁਤੀ ਮਾਇਆ ਧਨ ਹੈ ਨਾ, ਤੇ ਉਹ ਵੀ ਧਨ ਵੀ ਕਿਸੇ ਵੇਲੇ ਵੈਰ ਪਵਾ ਦਿੰਦਾ ਜਾਂ ਵੈਰੀ ਬਣ ਜਾਂਦਾ। ਲੋਕ ਉਸ ਧਨ ਨੂੰ ਖੋਹਣ ਵਾਸਤੇ ਕਤਲ ਕਰ ਛੱਡਦੇ। ਜਦੋਂ ਸ਼ਰੀਕੇ ਨੇ ਵੇਖਿਆ ਵੀ ਜਿਹੜਾ ਮਾਲਕ ਸੀ ਚੌਧਰੀ ਦੇਸੂ ਮਰ ਗਿਆ, ਮਗਰ ਉਹਦਾ ਪੁੱਤਰ ਵੀ ਕੁਝ ਮਹੀਨਿਆਂ ਬਾਅਦ ਜਿਹਦਾ ਨਾਮ ਗੈਂਡਾ ਉਹ ਵੀ ਮਰ ਗਿਆ, ਤੇ ਪੋਤਰਾ ਛੋਟਾ ਸੀਗਾ, ਵੀ ਹੁਣ ਇਹ ਬੈਠੇਗਾ, ਇਹ ਚੌਧਰਤਾਈ ਕਰੇਗਾ, ਹੈ ਛੋਟਾ। ਉਹਨਾਂ ਨੇ ਕੀ ਕੀਤਾ ਵੀ ਖਾਣੇ ਦੇ ਵਿੱਚ ਜ਼ਹਿਰ ਦੇ ਕੇ ਤੇ ਇਹਦੇ ਪੋਤਰੇ ਨੂੰ ਵੀ ਮਾਰ ਦਿੱਤਾ। ਸ਼ਰੀਕਾਂ ਨੇ ਪੋਤਰਾ ਮਾਰ ਦਿੱਤਾ ਹੈ। ਇਮ ਸਗਰੋ ਤੈ ਮੂਲ ਉਖਾਰਿਓ। ਮੂਲ ਹੀ ਪਟਿਆ ਗਿਆ। ਮਹਾਰਾਜ ਨੇ ਆਖਿਆ ਸੀ ਨਾ ਜੜ੍ਹਾਂ ਨਹੀਂ ਰਹਿਣਗੀਆਂ। ਇਹਨੇ ਪਾਪ ਕੀਤਾ ਤੇ ਝੂਠ ਬੋਲਿਆ,
ਉਹ ਬਚਨ ਕਹਿੰਦੇ ਇਸ ਤਰ੍ਹਾਂ ਪੂਰੇ ਹੋਏ, ਆਪ ਵੀ ਮਰਿਆ, ਪੁੱਤਰ ਵੀ ਮਰਿਆ ਤੇ ਪੋਤਰਾ ਵੀ ਮਰ ਗਿਆ ਹੈ। ਰਹਿਓ ਨਾ ਜਗ ਮੈਂ ਤਿਸਕੋ ਕੋਈ, ਇਹਦੇ ਘਰ ਦੇ ਵਿੱਚ, ਇਹਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਰਿਹਾ ਹੈ। ਗੁਰੂ ਦਵੈਸ਼ ਤੇ ਅਸਗਤ ਹੋਈ। ਜਿਹੜਾ ਗੁਰੂ ਨਾਲ ਈਰਖਾ ਕਰਦਾ, ਗੁਰੂ ਦੇ ਬਚਨ ਨਹੀਂ ਮੰਨਦਾ, ਗੁਰੂ ਨਾਲ ਵੈਰ ਕਮਾਉਂਦਾ, ਉਹਦੀ ਐਸੀ ਹਾਲਤ ਹੁੰਦੀ ਹੈ। ਆਪ ਸਤਿਗੁਰ ਕੀ ਕਥਾ ਸੁਣੀ ਜੈ। ਕਹਿਣ ਲੱਗੇ ਵੀ ਛੱਡੋ ਭਾਈ, ਇਹ ਮਰ ਗਿਆ ਦੇਸੂ ਤੇ ਇਹਦਾ ਪਰਿਵਾਰ ਵੀ ਸਾਰਾ ਖਤਮ ਹੋ ਗਿਆ, ਹੁਣ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਥਾ ਸੁਣਾਉਂਦੇ ਹਾਂ। ਗਾਮ ਮੋੜ ਮੈਂ ਥਿਰਤਾ ਕੀਜੈ, ਸਤਿਗੁਰੂ ਪਾਤਸ਼ਾਹ ਜੀ ਮੌੜ ਨਗਰ ਵਿੱਚ ਬੈਠੇ ਹੋਏ ਹਨ। 1.5 ਕੋਸ ਤੈ ਤੇ ਇੱਕ ਤਾਲ, ਕਹਿਣ ਲੱਗੇ ਵੀ ਸਤਿਗੁਰਾਂ ਤੋਂ ਦੂਰ 1.5 ਕੋਹ ਤੇ ਇੱਕ ਪਾਣੀ ਦਾ ਤਲਾਬ ਹੈ। ਤਾਂ ਸੋ ਬੈਠੇ ਜਾਏ ਕਿਰਪਾਲ, ਕਿਰਪਾ ਦੇ ਘਰ ਮਹਾਰਾਜ ਉਸ ਪਾਣੀ ਦੇ ਤਲਾਬ ਦੇ ਕੰਢੇ ਜਾ ਕੇ ਬੈਠੇ ਹਨ। ਜੋ ਸੰਗਤ ਦਰਸ਼ਨ ਕੋ ਆਵੇ, ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਉਪਦੇਸ਼ੈ ਸੁਭ ਤਾਲ ਖਨਾਵੇ। ਤੇ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਤੇ ਉਹਨਾਂ ਨੂੰ ਇਹ ਗੱਲ ਕਹਿੰਦੇ, ਭਾਈ ਇਸ ਤੇ ਜਿਹੜਾ ਇਹ ਤਲਾਬ ਹੈ ਨਾ ਪਾਣੀ ਦਾ, ਇਹਨੂੰ ਸਰੋਵਰ ਬਣਾਈਏ। ਮਹਾਰਾਜ ਉਪਦੇਸ਼ ਦੇ ਕੇ ਉਸ ਤਲਾਬ ਨੂੰ ਖੋਦਣ ਵਾਸਤੇ ਲੋਕਾਂ ਨੂੰ ਲਾਇਆ ਹੈ। ਖੁਸ਼ੀ ਕਰੈ ਸਿੱਖਣ ਪਰ ਘਨੀ, ਸਤਿਗੁਰੂ ਜੀ ਇਸ ਤਰ੍ਹਾਂ ਸਿੱਖਾਂ ਤੇ ਖੁਸ਼ੀ ਕਰਦੇ ਹਨ। 4 ਪਦਾਰਥ ਕੇ ਗੁਰ ਧਨੀ, ਸਤਿਗੁਰੂ ਪਾਤਸ਼ਾਹ ਜੀ 4 ਪਦਾਰਥਾਂ ਨੂੰ ਦੇਣ ਦੇ ਮਾਲਕ ਹਨ। ਨਿਜ ਨਿਜ ਸਭ ਅਰਦਾਸ ਕਰਾਵੇ, ਸਾਰੀਆਂ ਸੰਗਤਾਂ ਆਪੋ ਆਪਣੀਆਂ ਅਰਦਾਸਾਂ ਕਰਵਾਉਂਦੀਆਂ ਹਨ। ਪਾਇਨ ਪਰਸੈ ਸੀਸ ਨਿਵਾਵੇ, ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮੱਥਾ ਟੇਕ ਕੇ ਸਿਰ ਝੁਕਾਉਂਦੇ ਹਨ। ਤਾਂ ਤੜਾਗ ਵੱਡੋ ਖਨਵਾਏ। ਸਤਿਗੁਰਾਂ ਨੇ ਵੱਡਾ ਉੱਥੇ ਤੜਾਕ ਕਹੀਏ, ਵੱਡਾ ਸਰੋਵਰ ਉਸ ਜਗ੍ਹਾ ਦੇ ਉੱਪਰ ਸੰਗਤ ਨੂੰ ਕਹਿ ਕੇ ਖਣਵਾਇਆ ਬਣਵਾਇਆ ਹੈ। ਜਲ ਸੁੰਦਰ ਹਿਤ ਤਿਆਰ ਤੇ ਕਰਾਇਓ, ਸਤਿਗੁਰਾਂ ਨੇ ਤਾਂ ਬਣਾਇਆ ਸੀ ਕਿਉਂਕਿ ਮਾਲਵੇ ਦੇ ਵਿੱਚ ਪਾਣੀ ਦੀ ਬੜੀ ਕਮੀ ਉਹਨਾਂ ਸਮਿਆਂ ਵਿੱਚ ਜਦੋਂ ਮਹਾਰਾਜ ਗਏ ਨੇ। ਤੇ ਸਤਿਗੁਰਾਂ ਨੇ ਵੱਡਾ ਤਲਾਬ ਤਾਂ ਬਣਵਾਇਆ ਸੀ, ਇਹ ਪਾਣੀ ਦਾ ਭਰਿਆ ਰਹੇਗਾ ਤੇ ਕਈਆਂ ਦੀ ਪਿਆਸ ਬੁਝਾਵੇਗਾ, ਇਸ ਵਾਸਤੇ ਵੱਡਾ ਤਲਾਬ ਲਵਾਇਆ ਹੈ। ਕਿਤਕ ਦਿਵਸ ਬਸ ਕੈ ਤਿਸ ਸਥਾਨੇ, ਸਤਿਗੁਰੂ ਪਾਤਸ਼ਾਹ ਜੀ ਕੁਝ ਦਿਨ ਇਸ ਜਗ੍ਹਾ ਦੇ ਉੱਪਰ ਵਸ ਕੇ ਰਹਿ ਕੇ ਬਹੁਰ ਕੂਚ ਕਰ ਸ੍ਰੀ ਗੁਰ ਪਿਆਨੇ। ਸਤਿਗੁਰੂ ਜੀ ਫਿਰ ਇੱਥੋਂ ਚੱਲ ਪਏ ਅੱਗੇ ਹੋਰ ਥਾਂ ਨੂੰ। ਖਾਨੇ ਗ੍ਰਾਮ ਗਏ ਸੁਖਦਾਏ, ਸਤਿਗੁਰੂ ਪਾਤਸ਼ਾਹ ਜੀ ਇਸ ਮੌੜ ਪਿੰਡ ਤੋਂ ਫਿਰ ਖਾਨੇ ਨਾਮ ਦਾ ਪਿੰਡ ਹੈ, ਖਾਨਾ ਪਿੰਡ ਮਹਾਰਾਜ ਉੱਥੇ ਗਏ ਹਨ। ਪੁਨ ਦਮਦਮੇ ਪਹੁੰਚੇ ਜਾਏ, ਅਤੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ, ਜਿਸ ਨੂੰ ਅੱਜ ਆਪਾਂ ਕਹਿੰਦੇ ਆ ਦਮਦਮਾ ਸਾਹਿਬ, ਉਸ ਜਗ੍ਹਾ ਦੇ ਉੱਪਰ ਮਹਾਰਾਜ ਪਹੁੰਚੇ ਹਨ। ਦੋਹਰਾ ਇਸੇ ਰੀਤ ਸੇਵਤ ਸੁਮਤ, ਵਰ ਪਾਵੈ ਨਰ ਬ੍ਰਿੰਦ। ਜਿਹੜੇ ਚੰਗੇ ਮਤ ਵਾਲੇ ਸਿਆਣੇ ਨੇ ਮਹਾਰਾਜ ਦੀ ਸੇਵਾ ਕਰਕੇ ਵਰ ਪਾਉਂਦੇ ਹਨ। ਜਬੈ ਅਵਗਿਆ ਕੋ ਕਰੈ ਸਰਾਪ ਰਹਿ ਮਤ ਜੇ ਕੋਈ ਮੰਦ। ਮਾੜੀ ਮਤ ਵਾਲਾ ਮਹਾਰਾਜ ਦਾ ਨਿਰਾਦਰ ਕਰਦਾ ਤੇ ਉਹਨੂੰ ਸ਼ਰਾਬ ਮਿਲ ਜਾਂਦਾ। ਇਹ ਤੇ ਹੁਣ ਜਿਹਨੇ ਸੇਵਾ ਕਰਨੀ ਉਹ ਵਰ ਲੈ ਲੈਂਦਾ, ਜਿਹਨੇ ਸੇਵਾ ਨਹੀਂ ਕੀਤੀ, ਨਿਰਾਦਰ ਕੀਤਾ, ਉਹਨੂੰ ਸ਼ਰਾਬ ਮਿਲ ਜਾਂਦਾ ਹੈ। ਚੌਪਈ ਪੁਨ ਸੂਲੀ ਸਰ ਕੋ ਗੁਰਿਆਏ, ਸਤਿਗੁਰੂ ਪਾਤਸ਼ਾਹ ਜੀ ਇਹ ਸੂਲੀਸਰ ਪਿੰਡ ਦਾ ਨਾਮ ਹੈ। ਇੱਥੋਂ ਫਿਰ ਮਹਾਰਾਜ ਜੀ ਸੂਲੀਸਰ ਨਾਮ ਦੇ ਪਿੰਡ ਨੂੰ ਆਏ ਹਨ। ਡੇਰਾ ਕਰਿਓ ਦੇਖ ਸ਼ੁਭ ਥਾਈ, ਸੋਹਣਾ ਜਿਹਾ ਥਾਂ ਵੇਖ ਕੇ ਮਹਾਰਾਜ ਨੇ ਆਪਣਾ ਟਿਕਾਣਾ ਕੀਤਾ। ਸੂਰਜ ਅਸਤਿ ਭਾ ਅੰਧਕਾਰੇ, ਤੇ ਕਹਿਣ ਲੱਗੇ ਵੀ ਉਸ ਵੇਲੇ ਸੂਰਜ ਛਿਪ ਗਿਆ ਜਦੋਂ ਮਹਾਰਾਜ ਇਸ ਪਿੰਡ ਪਹੁੰਚੇ ਸਨ ਤੇ ਹਨੇਰਾ ਹੋ ਗਿਆ ਹੈ। ਖਾਨ ਪਾਨ ਕਰ ਸੁਪਤੇ ਸਾਰੇ, ਮਹਾਰਾਜ ਜੀ ਆਪ ਵੀ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕਰਨ ਵਾਸਤੇ ਸੌਂ ਗਏ, ਸਿੱਖ ਸੰਗਤਾਂ ਵੀ ਸੌਂ ਗਈਆਂ ਹਨ। ਦਵੈ ਤਸਕਰ ਗੁਰ ਕੇ ਸੰਗ ਲਾਰੇ, ਕਹਿਣ ਲੱਗੇ ਵੀ 2 ਚੋਰ ਆ ਗਏ ਇੰਨੇ ਚਿਰ ਜਦੋਂ ਮਹਾਰਾਜ ਸੁੱਤੇ ਨਾ ਇਸ ਪਿੰਡ ਦੇ ਵਿੱਚ, ਤੇ ਚੋਰਾਂ ਨੂੰ ਪਤਾ ਲੱਗ ਗਿਆ ਵੀ ਬਾਹਰੋਂ ਕੋਈ ਪਰਦੇਸੀ ਆਇਆ, ਇਹਨਾਂ ਦੇ ਕੋਲ ਧਨ ਮਾਲ ਹੋਵੇਗਾ। 2 ਚੋਰ ਜਿਹੜੇ ਸਨ ਉਸ ਵੇਲੇ ਮਗਰ ਲੱਗ ਗਏ ਹਨ। ਕਿਤਕ ਦਿਨਨ ਤੇ ਮੂਡ ਅਭਾਗੇ, ਇਹ ਕਈ ਦਿਨਾਂ ਤੋਂ ਮਗਰ ਲੱਗੇ ਸਨ ਮਹਾਰਾਜ ਦੇ, ਮੌਕਾ ਲੱਭਦੇ ਸਨ ਵੀ ਕਿਤੇ ਸਾਨੂੰ ਮੌਕਾ ਮਿਲੇ ਤੇ ਅਸੀਂ ਲੁੱਟੀਏ। ਕਈ ਦਿਨ ਹੋ ਗਏ ਮਹਾਰਾਜ ਦਾ ਪਿੱਛਾ ਕਰਦਿਆਂ। ਏਕ ਤੁਰਕ ਇੱਕ ਹਿੰਦੂ ਸੋਏ, ਇਹ ਜਿਹੜੇ 2 ਚੋਰ ਸਨ, ਇੱਕ ਦਾ ਜਨਮ ਹਿੰਦੂ ਘਰਾਣੇ ਘਰ ਦੇ ਵਿੱਚ ਹੋਇਆ, ਇੱਕ ਦਾ ਮੁਸਲਮਾਨ ਘਰ ਦੇ ਵਿੱਚ। 2 ਧਰਮਾਂ ਦੇ 2 ਵਿਅਕਤੀ ਸਨ। ਇੱਕ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ ਹੈ, ਕਿ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ। ਨੈਣ ਤੁਰੰਗ ਤਖਤ ਹੈ ਦੋਏ, ਇਹ ਦੋਵੇਂ ਜਾਣੇ ਇਹ ਵੇਖਦੇ ਸਨ ਵੀ ਅਸੀਂ ਮਹਾਰਾਜ ਦੇ ਘੋੜੇ ਚਰਾਉਣੇ ਨੇ। ਮਹਾਰਾਜ ਦੇ ਕੋਲ ਘੋੜਾ ਸੀ ਬੜੇ ਮਹਿੰਗੇ ਮੁੱਲ ਵਾਲਾ, ਤੇ ਦੋਵਾਂ ਦੀ ਨਿਗਾਹ ਉੱਤੇ ਸੀ ਵੀ ਜੇ ਕਿਤੇ ਮਹਾਰਾਜ ਆਸੇ-ਪਾਸੇ ਹੋਣ ਜਾਂ ਮਹਾਰਾਜ ਦੇ ਸਿੱਖ ਕਿਤੇ ਪਾਸੇ-ਆਸੇ ਹੋ ਜਾਣ ਤੇ ਅਸੀਂ ਇਹ ਮਹਾਰਾਜ ਦਾ ਘੋੜਾ ਚੁਰਾ ਕੇ ਲੈ ਜਾਈਏ। ਦੋਵੇਂ ਜਾਣੇ ਤੱਕਦੇ ਪਏ ਹਨ। ਸਿਵਰ ਨਿਕਟ ਬੈਠੇ ਕਿਤ ਦੁਰਕੈ, ਤੇ ਜਦੋਂ ਮਹਾਰਾਜ ਰਾਤ ਨੂੰ ਡੇਰਾ ਕਰਦੇ, ਹੁਣ ਮਹਾਰਾਜ ਦਾ ਘੋੜਾ, ਸਿੱਖਾਂ ਨੂੰ ਹੁਕਮ ਸੀ ਵੀ ਇਹਦਾ ਖਿਆਲ ਰੱਖਣਾ, ਸੇਵਾ ਕਰਨੀ ਹੈ। ਮਹਾਰਾਜ ਜਿੱਥੇ ਡੇਰਾ ਕਰਦੇ, ਚੋਰ ਦੋਨੇ ਜਣੇ ਨੇੜੇ ਹੀ ਆਪਣਾ ਡੇਰਾ ਕਰਕੇ ਤੇ ਧਿਆਨ ਰੱਖਦੇ ਰਾਤ ਨੂੰ ਵੀ ਕਦੋਂ ਮੌਕਾ ਮਿਲੇ ਤੇ ਅਸੀਂ ਘੋੜੇ ਨੂੰ ਚਰਾਉਣਾ ਕਰੀਏ। ਦੇਖਨ ਘਾਤ ਲੇਹ ਜਿਮ ਹਰਕੈ, ਤੇ ਕਹਿਣ ਲੱਗੇ ਵੀ ਖਲੋਂਦੇ ਇੰਨਾ ਨੇੜੇ ਨੇ ਮਹਾਰਾਜ ਦੇ ਆ ਕੇ ਵੀ ਸਾਨੂੰ ਘੋੜਾ ਦਿਸਦਾ ਰਵੇ, ਔਰ ਮਹਾਰਾਜ ਦੇ ਡੇਰੇ ਦੇ ਵਿੱਚ ਕੀ ਹਾਲਚਲ ਹੁੰਦੀ ਹੈ ਸਾਨੂੰ ਪਤਾ ਲੱਗਦਾ ਰਹੇ। ਤਬੈ ਕਿਹਰੀ ਭੀਖਨ ਭੇਖਾ, ਕਹਿਣ ਲੱਗੇ ਵੀ ਉਸ ਵੇਲੇ ਤਬੈ ਕਿਹਰੀ ਭੀਖਨ ਭੇਖਾ,
ਸੋ ਇਹਨਾਂ ਨੇ ਕੀ ਵੇਖਿਆ ਵੀ ਇੱਕ ਬਹੁਤ ਜ਼ਿਆਦਾ ਭਿਆਨਕ ਜੋ ਬੱਬਰ ਸ਼ੇਰ ਹੈ। ਗੁਰ ਡੇਰੇ ਕੋ ਆਵਤ ਦੇਖਾ। ਇਹਨਾਂ ਨੇ ਕੀ ਵੇਖਿਆ, ਇਹ ਤੇ ਵਹਿੰਦੇ ਪਏ ਸੀ ਘੋੜੇ ਵਾਲੇ ਪਾਸੇ ਵੀ ਮੌਕਾ ਮਿਲੇ, ਪਰ ਜਦੋਂ ਨਿਗਾਹ ਦੂਜੇ ਪਾਸੇ ਮਾਰੀ ਹੈ ਤੇ ਕਹਿਣ ਲੱਗੇ ਇੱਕ ਬੜਾ ਭਾਰੀ ਸ਼ੇਰ ਇਹਨਾਂ ਨੇ ਆਉਂਦਾ ਵੇਖਿਆ ਹੈ। ਚਾਰੋਂ ओर ਫਿਰਿਓ ਕਰ ਬੰਦਨ। ਉਹ ਜਿਹੜਾ ਸ਼ੇਰ ਹੈ ਨਾ ਮਹਾਰਾਜ ਦੇ ਡੇਰੇ ਤੇ ਆਇਆ, ਉਸਨੇ ਡੇਰੇ ਦਾ 4 ਚੁਫੇਰੇ ਦਾ ਚੱਕਰ ਕੱਢਿਆ ਅਤੇ ਫਿਰ ਨਮਸਕਾਰ ਕੀਤੀ ਹੈ। ਇਮਨਾਏ ਕਹਿ ਦੋ ਨਿਕੰਦਨ। ਕਹਿੰਦੇ ਵੀ ਇਸ ਤਰ੍ਹਾਂ ਮਹਾਰਾਜ ਨੂੰ ਮਨਾ ਕੇ ਭਾਵ ਕੇ ਨਮਸਕਾਰ ਕਰਕੇ ਗਮਨਿਓ ਪੁਨ ਕਾਨਨ ਕੋ ਸੋਈ। ਉਹ ਜਿਹੜਾ ਸ਼ੇਰ ਸੀ ਵਾਪਸ ਚਲਾ ਗਿਆ। ਚੋਰ ਛੁਪ ਕੇ ਰੁੱਖ ਦੇ ਉੱਪਰ ਚੜੇ ਹੋਏ ਵੇਂਦੇ ਪਏ ਵੀ ਰਾਤ ਨੂੰ ਇੱਕ ਸ਼ੇਰ ਆਇਆ, ਉਹਨੇ ਡੇਰੇ ਦੀ ਪਰਿਕਰਮਾ ਕੀਤੀ ਹੈ, ਫਿਰ ਉਹਨੇ ਨਮਸਕਾਰ ਕੀਤੀ ਤੇ ਵਾਪਸ ਜੰਗਲ ਨੂੰ ਚਲਾ ਗਿਆ। ਇਹ ਦੋਨੇ ਚੋਰ ਦੇਖਦੇ ਹਨ। ਦੇਖ ਤੋ ਦੁਰੇ ਸੁ ਤਸਕਰ ਦੋਈ। ਇਹ ਜਿਹੜੇ ਦੋਵੇਂ ਚੋਰ ਸਨ ਛੁਪੇ ਹੋਏ, ਇਹਨਾਂ ਨੇ ਸ਼ੇਰ ਨੂੰ ਵੇਖਿਆ ਇਹ ਸਭ ਕੁਝ ਕਰਦਿਆਂ ਹੋਇਆ। ਕਹਿਓ ਤੁਰ ਕੇ ਸਾਚੋ ਪੀਰ। ਉਹ ਜਿਹੜਾ ਮੁਸਲਮਾਨ ਸੀ ਨਾ ਚੋਰ, ਉਹਨੇ ਆਪਣੇ ਹਿੰਦੂ ਚੋਰ ਨੂੰ ਆਖਿਆ, ਕਹਿਣ ਲੱਗਾ ਆਪਾਂ ਨੂੰ ਇੱਥੇ ਚੋਰੀ ਨਹੀਂ ਕਰਨੀ ਚਾਹੀਦੀ। ਤੇ ਉਹਨੇ ਪੁੱਛਿਆ ਕਿਉਂ? ਕਹਿਣ ਲੱਗਾ ਵੀ ਇਹ ਕੋਈ ਜ਼ਾਰਾ ਪੀਰ ਹੀ ਲੱਗਦਾ ਜਿਹਦੀਆਂ ਪਰਿਕਰਮਾ ਸ਼ੇਰ ਕਰਦਾ ਪਿਆ ਤੇ ਨਮਸਕਾਰਾਂ ਕਰਦਾ। ਇਹ ਤਾਂ ਕੋਈ ਰੱਬੀ ਵਲੀ ਹੈ, ਵੱਡਾ ਪੀਰ ਹੈ, ਕੋਈ ਸੱਚਾ ਪੀਰ ਹੈ, ਤਾਕਤਵਰ ਕੋਈ ਵਿਅਕਤੀ ਹੈ। ਮੈਂ ਜਾਣਿਆ ਵੀ ਜਿਸ ਨੂੰ ਇਸ ਤਰ੍ਹਾਂ ਨਮਸਕਾਰਾਂ ਹੁੰਦੀਆਂ ਹਨ। ਉਚਿਤ ਮਾਨਵੇ ਗੁਣੀ ਗਹੀਰ। ਇਹ ਬਹੁਤ ਉਚਿਤ ਨੇ, ਉੱਚੇ ਨੇ ਤੇ ਗੁਣਾਂ ਦੇ ਖਜ਼ਾਨੇ ਹਨ, ਜਿਨ੍ਹਾਂ ਨੂੰ ਸ਼ੇਰ ਵੀ ਆ ਕੇ ਨਮਸਕਾਰ ਕਰਦਾ ਹੈ। ਜਿਸ ਢਿਗ ਪਸ਼ੂ ਸ਼ੇਰ ਚਲਿਆ ਵਾ। ਕਹਿਣ ਲੱਗਾ ਆਪਣੇ ਨਾਲ ਦੇ ਨੂੰ, ਕਹਿਣ ਲੱਗਾ ਉਹ ਆਪਾਂ ਦੇ ਬੰਦੇ ਆ ਵੇਖ ਪਸ਼ੂ ਆਇਆ, ਸ਼ੇਰ ਹੈ ਤੇ ਪਸ਼ੂ ਨਾ। ਜਿਹਨੂੰ ਨਮਸਕਾਰਾਂ ਕਰਨ ਵਾਸਤੇ ਪਸ਼ੂ ਆ ਸਕਦੇ, ਸ਼ੇਰ ਆ ਕੇ ਨਮਸਕਾਰਾਂ ਕਰਦੇ ਹਨ। ਨਮੋ ਪ੍ਰਦਰਸ਼ਨ ਕਰਨ ਸਿਧਾਵਾ। ਤੇ ਇਹਨਾਂ ਨੂੰ ਮੱਥਾ ਟੇਕ ਕੇ ਗਿਆ, ਪਰਿਕਰਮਾ ਕਰਕੇ ਗਿਆ। ਭਾਵੇਂ ਉਹ ਸ਼ੇਰ ਹੈ, ਤਾਮਸ ਜੂਨੀ ਹੈ, ਪਰ ਫਿਰ ਵੀ ਉਹਨੂੰ ਗਿਆਨ ਹੈ, ਉਹਨੂੰ ਪਤਾ ਲੱਗ ਗਿਆ ਵੀ ਇਹ ਜਾਰੇ ਪੀਰ ਨੇ ਤੇ ਉਹ ਨਮਸਕਾਰਾਂ ਕਰਦਾ ਹੈ। ਮੈਂ ਤੋਂ ਕਰਾਂ ਨਾ ਇਨ ਕੀ ਚੋਰੀ। ਤੇ ਉਹ ਜਿਹੜਾ ਮੁਸਲਮਾਨ ਸੀ ਨਾ, ਕਹਿਣ ਲੱਗਾ ਵੀ ਮੈਂ ਤਾਂ ਨਹੀਂ ਚੋਰੀ ਕਰਨੀ ਭਰਾਵਾ, ਮੈਂ ਤੇ ਮੰਨ ਲਿਆ ਬਦਲ। ਭਾਵੇਂ ਆਪਾਂ ਨੂੰ ਕਈ ਮਹੀਨੇ ਹੋ ਗਏ ਮਗਰ ਲੱਗਿਆ ਨੂੰ, ਪਰ ਮੈਂ ਚੋਰੀ ਨਹੀਂ ਉਹ ਕਰਨੀ। ਮੈਨੂੰ ਪਤਾ ਲੱਗ ਗਿਆ ਵੀ ਇਹ ਕੋਈ ਜਾਰੇ ਪੀਰ ਨੇ, ਮੈਂ ਤੇ ਆਪਣਾ ਮਨ ਬਦਲਿਆ ਹੈ। ਏਠਾਂ ਬੰਦਤ ਹੋ ਕਰ ਜੋਰੀ। ਮੈਂ ਚੋਰੀ ਨਹੀਂ ਕਰਨੀ, ਮੈਂ ਤੇ ਕੇਵਲ ਇੱਥੇ ਮੱਥਾ ਟੇਕਣਾ ਹੈ। ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਪਰ ਮੈਂ ਹੁਣ ਅੱਖੀਂ ਵੇਖ ਲਿਆ, ਮੈਂ ਤੇ ਇੱਥੇ ਨਮਸਕਾਰ ਕਰਾਂਗਾ, ਪਰ ਚੋਰੀ ਬਿਲਕੁਲ ਨਹੀਂ ਕਰਨੀ ਹੈ। ਜੋ ਨਿਜ ਭਲੋ ਕਰਨ ਉਰ ਧਰੈ। ਜਿਹੜਾ ਬੰਦਾ ਆਪਣਾ ਭਲਾ ਕਰਨਾ ਚਾਹੁੰਦਾ ਹੈ, ਚਲੋ ਅਪਰ ਥਲ ਚੋਰੀ ਕਰ। ਚੱਲ ਆਪਾਂ ਚੋਰੀ ਕਰਨੀ ਹੈ ਨਾ, ਇੱਥੇ ਨਹੀਂ ਤੇ ਉੱਥੇ ਜਾ ਕੇ ਕਰ ਲਵਾਂਗੇ, ਪਰ ਆਪਾਂ ਇੱਥੇ ਨਾ ਕਰੀਏ। ਮੈਂ ਤੈਨੂੰ ਇਹ ਸਲਾਹ ਦਿੰਦਾ ਵੀ ਮੈਂ ਤੇ ਇਸ ਥਾਂ ਨੂੰ ਟੇਕਣ ਲੱਗਾ ਮੱਥਾ, ਤੇ ਆਪਾਂ ਚੋਰੀ ਦੂਜੇ ਪਿੰਡ ਕਰਾਂਗੇ, ਆਪਾਂ ਨੂੰ ਇੱਥੇ ਨਹੀਂ ਕਰਨੀ ਚਾਹੀਦੀ। ਜੇ ਭਲਾ ਆਪਾਂ ਚਾਹੁੰਦੇ ਆ ਤੇ ਇਹ ਕੰਮ ਆਪਾਂ ਨਾ ਕਰੀਏ। ਸੁਨ ਹਿੰਦੂ ਨੇ ਬਾਕ ਅਲਾਇਓ। ਉਹ ਜਿਹੜਾ ਹਿੰਦੂ ਚੋਰ ਸੀ ਨਾ ਨਾਲ ਦਾ ਸਾਥੀ, ਉਹਨੇ ਸੁਣੀ ਗੱਲ, ਉਹ ਸੁਣ ਕੇ ਕਹਿਣ ਲੱਗਾ ਹੈ, ਕਿਉਂ ਨਿਜ ਮਨ ਮੈਂ ਭਰਮੇ ਉਠਾਇਓ। ਉਹ ਕਹਿਣ ਲੱਗਾ ਕਿਉਂ ਤੇਰੇ ਮਨ 'ਚ ਭਰਮ ਪੈ ਗਿਆ? ਤੇਰੇ ਮਨ 'ਚ ਭਰਮ ਪੈ ਗਿਆ ਹੈ। ਕੋਈ ਸ਼ੇਰ ਮੱਥਾ ਟੇਕਣ ਨਹੀਂ ਆਇਆ, ਕੋਈ ਪਰਿਕਰਮਾ ਕਰਨ ਨਹੀਂ ਆਇਆ ਹੈ। ਕਹਿ ਕੋ ਸੁਧ ਕਿਉਂ ਆਇਓ ਸ਼ੇਰ। ਇਹ ਕਿਸੇ ਨੂੰ ਥੋੜੀ ਪਤਾ ਵੀ ਸ਼ੇਰ ਕਿਉਂ ਆਇਆ। ਇਹ ਤੇ ਆਪਾਂ ਵੇਖਿਆ ਨਾ, ਆਪਾਂ ਨੂੰ ਪਤਾ ਲੱਗਾ ਵੀ ਸ਼ੇਰ ਆਇਆ, ਉਹਨੇ ਗੇੜਾ ਕੱਢਿਆ, ਉਹਨੇ ਸਿਰ ਝੁਕਾਇਆ। ਹੁਣ ਆਪਾਂ ਨੂੰ ਕੀ ਪਤਾ ਵੀ ਸਿਰ ਉਹਨੇ ਮੱਥਾ ਟੇਕਣ ਵਾਸਤੇ ਝੁਕਾਇਆ ਕਿ ਵੈਸੇ ਝੁਕਾਇਆ। ਉਹ ਪਰਿਕਰਮਾ ਕਰਨ ਵਾਸਤੇ ਆਇਆ ਸੀ ਜਾਂ ਉਸ ਤਰ੍ਹਾਂ ਆਇਆ ਹੈ, ਇਸ ਗੱਲ ਦਾ ਪਤਾ ਥੋੜੀ ਹੈ। ਤੈ ਕਿ ਆਜ਼ਮਤ ਪਿਖੀ ਬਡੇਰ। ਇਹਦੇ ਵਿੱਚ ਕਿਹੜੀ ਸ਼ਕਤੀ ਹੈ ਵੀ? ਇਹ ਸ਼ਕਤੀ ਕਾਹਦੀ ਹੋਈ ਵੀ ਸ਼ੇਰ ਆਇਆ ਗੇੜਾ ਕੱਢ ਕੇ ਮੁੜ ਗਿਆ? ਹੋ ਸਕਦਾ ਸ਼ਿਕਾਰ ਕਰਨ ਆਇਆ ਹੋਵੇ, ਇੱਥੇ ਆ ਕੇ ਉਹਦਾ ਮਨ ਨਾ ਕੀਤਾ ਹੋਵੇ, ਰੱਜਿਆ ਹੋਵੇ ਤੇ ਆਖੇਗਾ ਕੱਲ ਨੂੰ ਆ ਜਾਵਾਂਗਾ। ਹੋ ਸਕਦਾ ਤਾਂ ਮੁੜ ਗਿਆ ਹੋਵੇ। ਇਹਦੇ 'ਚ ਕਰਾਮਾਤ ਕੋਈ ਨਹੀਂ ਹੈ। ਕਿ ਤੱਕ ਦਿਨਨ ਤੇ ਹਮ ਸੰਗ ਫਿਰੇ। ਅਸੀਂ ਕਿੰਨਿਆਂ ਦਿਨਾਂ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਹਾਂ, ਕਈ ਦਿਨ ਹੋ ਗਏ ਹਨ। ਆਜ ਭਇਓ ਤਮ ਨਭ ਘਨ ਘਿਰੇ। ਅੱਜ ਵੇਖ, ਅੱਗੇ ਤੇ ਇੰਨਾ ਹਨੇਰਾ ਨਹੀਂ ਸੀ, ਆਪਾਂ ਡਰਦੇ ਸੀ ਵੀ ਫੜੇ ਜਾਵਾਂਗੇ। ਅੱਜ ਵੇਖ ਕਿੰਨਾ ਸੰਘਣਾ ਬੱਦਲ ਹੈ ਆਕਾਸ਼ ਦੇ ਵਿੱਚ। ਅੱਜ ਚੰਦਰਮਾ ਵੀ ਨਹੀਂ ਦੀਦਾ, ਤਾਰੇ ਵੀ ਨਹੀਂ ਦੀਦੇ। ਅੱਜ ਵਰਗਾ ਮੌਕਾ ਦੁਬਾਰਾ ਨਹੀਂ ਮਿਲਣਾ ਹੈ। ਕੈਸੇ ਤਜ ਕਰ ਜਾਹੇ ਤੁਰੰਗ। ਮਹਾਰਾਜ ਦਾ ਘੋੜਾ ਮੈਂ ਕਿਵੇਂ ਛੱਡ ਕੇ ਜਾਵਾਂ? ਮੈਂ ਤੇ ਨਹੀਂ ਛੱਡਾਂਗਾ, ਨਾ ਹੀ ਇਹ ਮੌਕਾ ਮੈਂ ਗਵਾਉਣਾ ਹੈ। ਲੈ ਹੈ ਆਜ ਭਲੀ ਬਿਦ ਸੰਗ। ਅੱਜ ਤੇ ਭਾਵੇਂ ਜੋ ਮਰਜ਼ੀ ਹੋ ਜਾਵੇ, ਮੈਂ ਤੇ ਅੱਜ ਘੋੜਾ ਲੈ ਕੇ ਹੀ ਜਾਣਾ ਹੈ। ਹੁਣ ਮੁਸਲਮਾਨ ਚੋਰ ਕਹਿੰਦਾ ਵੀ ਇਹ ਪੀਰ ਹੈ ਕੋਈ ਡਾਢਾ ਜ਼ਾਰਾ, ਜਿਹਨੂੰ ਸ਼ੇਰ ਵੀ ਮੱਥਾ ਟੇਕ ਕੇ ਪਰਿਕਰਮਾ ਕਰਕੇ ਗਿਆ। ਮੈਂ ਚੋਰੀ ਨਹੀਂ ਕਰਨੀ, ਆਪਾਂ ਦੂਜੇ ਪਿੰਡੋਂ ਕਰਾਂਗੇ। ਤੇ ਜਿਹੜਾ ਹਿੰਦੂ ਚੋਰ ਸੀ ਉਹ ਕਹਿਣ ਲੱਗਾ ਤੇਰੇ ਮਨ 'ਚ ਪੈ ਗਿਆ ਭਰਮ, ਉਹ ਸ਼ੇਰ ਤੇ ਵੈਸੇ ਆ ਕੇ ਚਲਾ ਗਿਆ, ਆਪਾਂ ਨੂੰ ਕੀ ਪਤਾ ਵੀ ਉਹ ਪਰਿਕਰਮਾ ਕਰਨ ਆਇਆ ਕਿ ਮੱਥਾ ਟੇਕਣ ਆਇਆ।
ਕਿੰਨੇ ਦਿਨ ਹੋ ਗਏ ਆਪਾਂ ਨੂੰ ਮਹਾਰਾਜ ਦੇ ਮਗਰ ਮਗਰ ਫਿਰਦਿਆਂ। ਜੇ ਘੋੜਾ ਛੱਡ ਦਿੱਤਾ ਤੇ ਬਾਕੀ ਰਾਤਾਂ ਦੀ ਮਿਹਨਤ ਤੇ ਚਲੇਗੀ ਨਾ ਆਪਣੀ, ਜਿਹੜੀ ਇੰਨੀ ਮਿਹਨਤ ਕੀਤੀ ਇੰਨੇ ਦਿਨਾਂ ਤੋਂ। ਇਸ ਕਰਕੇ ਮੌਕਾ ਮੈਂ ਨਹੀਂ ਗਵਾਵਾਂਗਾ। ਇਹ ਦੋਨੇ ਜਾਣੇ ਕੀ ਵਿਚਾਰਾਂ ਕਰਦੇ ਨੇ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਕੀ ਕੌਤਕ ਵਰਤਦਾ ਹੈ ਇਹ ਵੀ ਸਰਵਣ ਕਰਾਂਗੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ, ਜਿਹੜੇ ਕਿ ਇਤਿਹਾਸਕ ਦਿਹਾੜੇ ਚੱਲ ਰਹੇ ਹਨ ਮਹਾਰਾਜ ਸਾਹਿਬ ਜੀਆਂ ਨੇ, ਸੋ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ ਹੋਇਆ ਪਹਾੜੀ ਰਾਜਿਆਂ ਨੇ, ਔਰ ਵਜ਼ੀਰ ਖਾਨ ਜਿਹੜਾ ਸੂਬੇਦਾਰ ਹੈ ਸਰਹੰਦ ਦਾ, ਉਸ ਦੀ ਫੌਜ ਨੇ। ਵਾਰ-ਵਾਰ ਸੁਨੇਹੇ ਭੇਜੇ ਜਾਂਦੇ, ਮਹਾਰਾਜ ਕਿਲ੍ਹਾ ਛੱਡ ਕੇ, ਘਰ ਛੱਡ ਕੇ ਚਲੇ ਜਾਓ, ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ। ਪਰ ਸਾਨੂੰ ਬਾਦਸ਼ਾਹ ਦਾ ਫਰਮਾਨ ਹੈ ਵੀ ਇਹ ਜਗ੍ਹਾ ਵਿਹਲੀ ਕਰਾਉਣੀ। ਮਹਾਰਾਜ ਆਕੀ ਹੋ ਕੇ ਬੈਠ ਗਏ ਨੇ, ਬਾਗੀ ਹੋ ਕੇ ਬੈਠ ਗਏ। ਵਾਰ-ਵਾਰ ਕਹਿਣ 'ਤੇ ਫਿਰ ਇਹਨਾਂ ਨੇ ਇੱਥੋਂ ਤੱਕ ਕਿ ਧਰਮ ਦੀ ਸਹੁੰ ਖਾਣੀ ਵੀ ਇਹਨਾਂ ਨੇ ਸ਼ਾਮਲ ਕਰ ਲਈ ਵੀ ਜੇ ਸਹੁੰ ਖਾਵਾਂਗੇ ਤਾਂ ਮਹਾਰਾਜ ਮੰਨ ਲੈਣਗੇ। ਜਿਹੜੇ ਹਿੰਦੂ ਸਨ ਰਾਜੇ, ਉਹਨਾਂ ਨੇ ਆਟੇ ਦੀ ਗਊ ਬਣਾ ਕੇ ਮਹਾਰਾਜ ਦੇ ਨੂੰ ਉਸ ਵੇਲੇ ਭੇਜੀ ਹੈ ਵੀ ਇਹ ਗਊ ਸਾਡੀ ਮਾਤਾ ਹੈ ਅਤੇ ਅੰਨ ਨੂੰ ਅਸੀਂ ਪਵਿੱਤਰ ਜਾਣਦੇ ਹਾਂ, ਅੰਨ ਨੂੰ ਅਸੀਂ ਮੱਥਾ ਟੇਕਦੇ ਹਾਂ, ਅਸੀਂ ਸਹੁੰ ਖਾਂਦੇ ਹਾਂ ਵੀ ਤੁਹਾਡੇ 'ਤੇ ਹਮਲਾ ਨਹੀਂ ਹੋਵੇਗਾ। ਮੁਸਲਮਾਨ ਜਿਹੜੇ ਨੇ ਕੁਰਾਨ ਨੂੰ ਸਭ ਤੋਂ ਪਵਿੱਤਰ ਗ੍ਰੰਥ ਮੰਨਦੇ ਨੇ, ਉਹਨਾਂ ਨੇ ਕੁਰਾਨ ਨੂੰ ਦੇ ਕੇ ਤੇ ਇੱਕ ਕਾਜੀ ਭੇਜਿਆ, ਮਹਾਰਾਜ ਅਸੀਂ ਇਹਦੀ ਸਹੁੰ ਖਾਂਦੇ ਹਾਂ ਆਪਣੇ ਧਾਰਮਿਕ ਗ੍ਰੰਥ ਦੀ ਵੀ ਹਮਲਾ ਨਹੀਂ ਹੋਵੇਗਾ। ਸਤਿਗੁਰੂ ਜਾਣਦੇ ਸਨ ਵੀ ਇਹ ਝੂਠੇ ਨੇ ਵਾਅਦੇ ਇਹਨਾਂ ਦੇ, ਪਰ ਇਹਨਾਂ ਨੇ ਕਰਨਾ ਕੁਝ ਹੋਰ, ਇਰਾਦੇ ਹੋਰ ਨੇ ਪਰ ਕਹਿੰਦੇ ਕੁਝ ਹੋਰ ਨੇ। ਜਦੋਂ ਇਸ ਤਰ੍ਹਾਂ ਦਾ ਉੱਥੇ ਸਮਾਂ ਬਣਿਆ ਤਾਂ ਉਸ ਵੇਲੇ ਮਹਾਰਾਜ ਨੂੰ ਕਈ ਸਿੱਖ ਜਿਹੜੇ ਮਹਾਰਾਜ ਦੇ ਨਾਲ ਸਨ ਸੂਰਮੇ ਕਹਿਣ ਲੱਗ ਪਏ, ਮਹਾਰਾਜ ਕਿਲ੍ਹਾ ਛੱਡਣਾ ਚਾਹੀਦਾ, ਕਿਤੇ ਪਾਸੇ ਜਾਵਾਂਗੇ, ਸਮਾਂ ਬਣੇਗਾ ਫਿਰ ਫੌਜਾਂ ਇਕੱਠੀਆਂ ਕਰਾਂਗੇ ਅਤੇ ਆਪਾਂ ਫਿਰ ਇੱਥੇ ਵਾਪਸ ਆ ਸਕਦੇ ਹਾਂ। ਕਿਉਂਕਿ ਮਹਾਰਾਜ ਨੇ ਜੋ ਕਰਨਾ ਨਾ, ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਉਹਨਾਂ ਨੇ ਕਰਨਾ ਉਹਦੀ ਵਿਧ ਬੰਨੀ, ਬਹਾਨਾ ਬੰਨਾ। ਉਹਨਾਂ ਵਿਚਾਰੇ ਸਿੱਖਾਂ ਦਾ ਕਸੂਰ ਕੋਈ ਨਹੀਂ ਹੈ। 8 ਮਹੀਨੇ ਭੁੱਖੇ ਰਹਿਣਾ, ਗੱਲ ਕਰਨੀ ਬੜੀ ਸੌਖੀ ਹੈ, ਭੁੱਖ ਤੇ ਇੱਕ ਟਾਈਮ ਦੀ ਕੱਟਣੀ ਬੜੀ ਔਖੀ ਹੈ। ਮਹਾਰਾਜ ਜੀ ਨੂੰ ਆਖਿਆ ਗਿਆ, ਮਹਾਰਾਜ ਆਪਾਂ ਇਸ ਬਿਪਤਾ ਵਿੱਚੋਂ ਨਿਕਲੀਏ, ਖਾਣ ਨੂੰ ਕੁਝ ਰਹਿ ਨਹੀਂ ਗਿਆ, ਕੇਵਲ ਪਾਣੀ ਹੈ। ਕੁਝ ਸਿੱਖਾਂ ਨੂੰ ਮਹਾਰਾਜ ਨੇ ਪੁੱਛਿਆ, ਉਹ ਕਹਿਣ ਲੱਗੇ ਮਹਾਰਾਜ ਜਿਵੇਂ ਤੁਹਾਨੂੰ ਠੀਕ ਲੱਗਦਾ। ਕਹਿੰਦੇ ਉੱਥੇ ਫਿਰ ਗੁਰਮਤਿ ਆਏ ਹੋਇਆ ਵੀ ਜਾਣ ਵਾਲਿਆਂ ਦੀ ਗਿਣਤੀ ਕਿੰਨੀ ਹੈ ਅਤੇ ਰਹਿਣ ਵਾਲਿਆਂ ਦੀ ਕਿੰਨੀ ਹੈ।